ਕੈਨੇਡਾ ਦੇ ਵਿੱਚ ਕੈਨਬਿਸ ਜਿਹੜੀ ਆ ਉਹ ਲੀਗਲਾਈਜ਼ ਹੋ ਚੁੱਕੀ ਹੈ। ਭੰਗ ਜਿਹੜੀ ਹੈ ਲੀਗਲਾਈਜ਼ ਹੋ ਚੁੱਕੀ ਹੈ। ਇਹਦੀ ਖੇਤੀ ਵੀ ਹੋਣੀ ਸ਼ੁਰੂ ਹੋ ਗਈ ਹੈ, ਸਟੋਰਸ ਵੀ ਖੁੱਲ੍ਹੇ ਹੋਏ ਆ, ਵਿਕ ਵੀ ਰਹੀ ਹੈ, ਖਰੀਦੀ ਵੀ ਜਾ ਰਹੀ ਹੈ। ਅਗਸਤ 17 ਅਗਸਤ ਸਾਲ 2018 ਦੇ ਵਿੱਚ ਇਹ ਕੈਨੇਡਾ ਦੇ ਵਿੱਚ ਲੀਗਲਾਈਜ਼ ਹੋ ਗਈ ਸੀ ਭੰਗ ਦੀ ਵਿਕਰੀ, ਭੰਗ ਖਰੀਦਣੀ, ਸੇਵਨ ਕਰਨਾ। ਰੈਕਰੀਏਸ਼ਨਲ ਯੂਜ਼ ਦੇ ਵਾਸਤੇ ਸ਼ੁਰੂਆਤ ਦੇ ਵਿੱਚ ਦੱਸੀ ਜਾ ਰਹੀ ਸੀ। ਕਿੰਨੀ ਕੁ ਰੈਕਰੀਏਸ਼ਨਲ ਯੂਜ਼ ਦੇ ਵਿੱਚ ਹੋ ਰਹੀ ਹੈ ਜਾਂ ਨਹੀਂ ਹੋ ਰਹੀ, ਇਹਦੇ ਅੰਕੜੇ ਕਿੱਥੋਂ ਸਾਹਮਣੇ ਆਉਣਗੇ? ਸਰਕਾਰ ਆਪਣੇ ਤੌਰ 'ਤੇ ਕੁਝ ਅੰਕੜੇ ਪੇਸ਼ ਜ਼ਰੂਰ ਕਰ ਸਕਦੀ ਹੈ, ਪਰ ਆਮ ਤੌਰ 'ਤੇ ਜਿਹੜੇ ਅੰਕੜੇ ਸੜਕਾਂ ਤੋਂ ਮਿਲਦੇ ਆ ਉਹ ਕੁਛ ਹੋਰ ਪਾਸੇ ਇਸ਼ਾਰਾ ਕਰਦੇ ਆ। ਪਿਛਲੇ ਕੁਝ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਇੱਕ ਹੋਰ ਜਿਹੜਾ ਪਬਲਿਕ ਐਮਰਜੈਂਸੀ ਗੱਲ ਬਣੀ ਉਹ ਸੀ ਇਲਿਸਿਟ ਡਰੱਗ ਓਵਰਡੋਜ਼ ਦੇ ਮਾਮਲੇ। ਇਲਿਸਿਟ ਡਰੱਗ ਓਵਰਡੋਜ਼ ਦੇ ਵਿੱਚ ਬਹੁਤ ਸਾਰੀਆਂ ਡਰੱਗਸ ਅਜਿਹੀਆਂ ਸੀ ਜਿਹੜੀਆਂ ਮਿਕਸ ਹੁੰਦੀਆਂ ਸੀ ਕੁਝ ਅਜਿਹੇ ਸਬਸਟੈਂਸ ਦੇ ਨਾਲ ਜਿਹੜੇ ਜਾਨਲੇਵਾ ਸਾਬਿਤ ਹੁੰਦੇ ਸੀ। ਬਹੁਤ ਸਾਰੀਆਂ ਮੌਤਾਂ ਹੋਣੀਆਂ ਸ਼ੁਰੂ ਹੋਈਆਂ। BC ਦੇ ਵਿੱਚ ਸਭ ਤੋਂ ਵੱਧ ਮੌਤਾਂ ਹੋਣੀਆਂ ਸ਼ੁਰੂ ਹੋਈਆਂ। ਕੋਈ ਐਸਾ ਮਹੀਨਾ ਨਹੀਂ ਗਿਆ ਪਿਛਲੇ 3-4 ਸਾਲ ਦੇ ਵਿੱਚ ਜਦੋਂ 100 ਤੋਂ ਘੱਟ ਮੌਤਾਂ ਹੋਈਆਂ ਹੋਣ। ਕੁਝ ਅਜਿਹੇ ਸਾਲ ਵੀ ਨੇ ਜਿਨ੍ਹਾਂ 'ਚ ਹਰ ਮਹੀਨੇ 150 ਤੋਂ ਵੱਧ ਮੌਤਾਂ ਜਿਹੜੀਆਂ ਹੋ ਰਹੀਆਂ ਇਲਿਸਿਟ ਡਰੱਗ ਓਵਰਡੋਜ਼ ਕਰਕੇ। ਸਰਕਾਰ ਨੇ ਪਲੈਨਿੰਗ ਸੋਚੀ, ਵੱਖੋ ਵੱਖਰੇ ਜਿਹੜੀਆਂ ਲੋਕਲ ਗਵਰਨਮੈਂਟਸ ਨੇ ਉਹਨਾਂ ਨੇ ਪਲੈਨਿੰਗ ਸੋਚੀ। ਵੈਨਕੂਵਰ ਦੇ ਮੇਅਰ ਜਿਹੜੇ ਸਾਬਕਾ ਮੇਅਰ ਉਹਨਾਂ ਦੇ ਵੱਲੋਂ ਇੱਕ ਗੱਲ ਕਹੀ ਗਈ ਕਿ ਵੈਨਕੂਵਰ ਦੇ ਵਿੱਚ ਅਸੀਂ ਡੀਕ੍ਰਿਮੀਨਲਾਈਜ਼ ਕਰਨਾ ਚਾਹੁੰਦੇ ਹਾਂ ਡਰੱਗਸ ਨੂੰ। ਕਿਹੜੀਆਂ ਕਿਹੜੀਆਂ ਡਰੱਗਸ ਨੂੰ, ਇਹਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ। ਕਰਦੇ ਕਰਾਂਦੇ BC ਦੀ ਸਰਕਾਰ ਉਹਨਾਂ ਨੇ ਵੀ ਇਹ ਉਪਰਾਲਾ ਜਿਹੜਾ ਕਰਨਾ ਸ਼ੁਰੂ ਕੀਤਾ ਕਿ ਸ਼ਾਇਦ ਇਸ ਡੀਕ੍ਰਿਮੀਨਲਾਈਜੇਸ਼ਨ ਦੇ ਨਾਲ ਡਰੱਗਸ ਦਾ ਜਿਹੜਾ ਇਹ ਓਵਰਡੋਜ਼ ਹੈ, ਇੱਕ ਸਟਿਗਮਾ ਜਿਹੜਾ ਕਲੰਕ ਜਿਹੜਾ ਇਹ ਲੈ ਜਾਏਗਾ। ਲੋਕ ਇਹਦੇ ਬਾਰੇ ਗੱਲ ਨਹੀਂ ਕਰਦੇ, ਓਵਰਡੋਜ਼ ਦੇ ਬਾਰੇ ਇਹਦੇ ਬਾਰੇ ਗੱਲਬਾਤ ਨਹੀਂ ਕੀਤੀ ਜਾਂਦੀ ਕਿਉਂਕਿ ਅਜੇ ਤੱਕ ਇਹ ਪਰਦੇ ਦੇ ਪਿੱਛੇ ਹੁੰਦੀ ਹੈ ਕਿ ਉਹਨਾਂ ਨੂੰ ਪਰਦੇ ਤੋਂ ਬਾਹਰ ਲਿਆਂਦਾ ਜਾਏ, ਇੱਕ ਪਰਦਾ ਇਹਦੇ ਤੋਂ ਹਟਾ ਦਿੱਤਾ ਜਾਏ। ਲੀਗਲਾਈਜ਼ ਨਹੀਂ ਕੀਤੀ ਜਾਏਗੀ, ਮੈਂ ਦੱਸ ਦਿਆਂ, ਇਹਨੂੰ ਡੀਕ੍ਰਿਮੀਨਲਾਈਜ਼ ਕੀਤਾ ਜਾਏਗਾ। ਕੰਨ ਸਿੱਧਾ ਨਹੀਂ ਫੜਿਆ ਜਾ ਰਿਹਾ, ਕੰਨ ਘੁਮਾ ਕੇ ਫੜਿਆ ਜਾ ਰਿਹਾ। ਲੇਕਿਨ ਇਹਦੇ 'ਤੇ ਲੀਗਲ ਐਡਵਾਈਸ ਕੀ ਹੈ, ਲੀਗਲ ਰਾਏ ਕੀ ਹੈ, ਇਹਦੇ ਬਾਰੇ ਅਸੀਂ ਰਿਕੁਐਸਟ ਕੀਤੀ ਸੀ ਸਾਡੀ ਕਮਿਊਨਿਟੀ ਦੇ ਬਹੁਤ ਹੀ ਤਜਰਬੇਕਾਰ ਅਤੇ ਹੁਨਰਮੰਦ ਵਕੀਲ ਡਿਫੈਂਸ ਲਾਇਰ ਗਗਨ ਨਾਹਲ ਸਾਹਿਬ ਨੂੰ ਕਿ ਉਹ ਸਾਨੂੰ ਆ ਕੇ ਇਹਦੇ ਬਾਰੇ ਗੱਲਬਾਤ ਦੱਸਣ ਕਿ ਇਹਦਾ ਪਰਸਨਲ ਯੂਜ਼ ਕੀ ਹੈ, ਇਹਦੀ ਟਰੈਫਿਕਿੰਗ ਕੀ ਹੁੰਦੀ ਹੈ, ਇਹਦੇ ਇਫੈਕਟ ਕੀ ਹੁੰਦੇ ਆ, ਇਹਦੀ ਪੋਜੈਸ਼ਨ ਦਾ ਮਤਲਬ ਕੀ ਹੈ, ਅਤੇ ਕ੍ਰਾਸ ਬਾਰਡਰ ਜਦੋਂ ਕੋਈ ਜਾਂਦਾ ਤਾਂ ਉਹਨਾਂ ਮਾਇਨਿਆਂ ਦੇ ਵਿੱਚ ਇਹ ਜਿਹੜਾ ਇਸ ਤਰੀਕੇ ਦੀ ਡੀਕ੍ਰਿਮੀਨਲਾਈਜੇਸ਼ਨ ਹੈ ਉਹ ਕਿਵੇਂ ਪ੍ਰਭਾਵ ਜਿਹੜੀ ਆ ਉਹ ਪਾ ਸਕਦੀ ਹੈ। ਇਹਦੇ ਬਾਰੇ ਕੁਝ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਸਾਰੇ ਕੇਸ ਐਡਵੋਕੇਟ ਨਾਹਲ ਸਾਹਿਬ ਦੇ ਕੋਲ ਆ ਰਹੇ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਵੀ ਬਹੁਤ ਹਾਈ ਪ੍ਰੋਫਾਈਲ ਕੇਸ ਜਿਹੜੇ ਆ ਉਹਨਾਂ ਦੇ ਵਿੱਚ ਵੀ ਜਿੱਤ ਇਹਨਾਂ ਵੱਲੋਂ ਪ੍ਰਾਪਤ ਕੀਤੀ ਗਈ ਹੈ। ਐਡਵੋਕੇਟ ਨਾਹਲ, ਗੁੱਡ ਮਾਰਨਿੰਗ, ਥੈਂਕ ਯੂ ਸੋ ਮਚ ਸਾਡੇ ਨਾਲ ਤੁਸੀਂ ਜੁੜੇ ਹੋ ਜੀ। ਗੁੱਡ ਮਾਰਨਿੰਗ ਮਿਸਟਰ ਕੌਸ਼ਲ, ਤੁਹਾਨੂੰ ਅਤੇ ਸਾਰੇ ਸ਼ੇਰੇ ਪੰਜਾਬ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮੇਰੇ ਨਾਲ ਸਟੂਡੀਓ ਦੇ ਵਿੱਚ ਐਡਵੋਕੇਟ ਨਾਹਲ ਇਸ ਵੇਲੇ ਸ਼ਾਮਿਲ ਨੇ। ਪਹਿਲਾਂ ਤਾਂ ਨਾਹਲ ਸਾਹਿਬ ਤੁਹਾਨੂੰ ਮੁਬਾਰਕਾਂ, ਬਹੁਤ ਹਾਈ ਪ੍ਰੋਫਾਈਲ ਕੇਸ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਹੀ ਤੁਸੀਂ ਤਾਬੜਤੋੜ ਤਰੀਕੇ ਦੇ ਨਾਲ ਜਿੱਥੇ। ਇਹ ਵਾਕਈ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਇੱਕ ਛੋਟੀ ਜਿਹੀ ਉਮਰ ਦੇ ਵਿੱਚ ਇੰਨੇ ਐਨਰਜੈਟਿਕ ਹੋ ਕੇ ਔਰ ਇੰਨਾ ਤੁਸੀਂ ਪੋਜ਼ੀਟਿਵ ਅਪਰੋਚ ਲੈ ਕੇ ਜਿਹੜੇ ਕੇਸ ਲੱਗ ਰਹੇ ਸੀ ਕਿ ਸ਼ਾਇਦ ਤਿਲਕ ਜਾਣੇ ਕਿਸੇ ਵੀ ਜਿਹੜੇ ਸੀਜ਼ਨਡ ਵਕੀਲ ਨੇ ਉਹਨਾਂ ਦੇ ਹੱਥੋਂ ਵੀ, ਤੁਸੀਂ ਆਪਣੇ ਕਲਾਇੰਟ ਬੜੇ ਜਿਵੇਂ ਕਹਿੰਦੇ ਮੱਖਣ 'ਚੋਂ ਵਾਲ ਕੱਢੀ ਦਾ ਇੱਦਾਂ ਕਢਾਤੇ। ਥੈਂਕ ਯੂ ਮਿਸਟਰ ਕੌਸ਼ਲ। ਦੇਖੋ ਕੋਈ ਵੀ ਕੇਸ ਮੇਰੇ ਕੋਲ ਆਉਂਦਾ ਮੈਂ ਕਦੀ ਛੋਟਾ ਨਹੀਂ ਸਮਝਦਾ ਹੈ ਨਾ। ਭਾਵੇਂ ਹੁਣ ਕੋਈ ਥੈਫਟ ਦਾ ਕੇਸ ਹੋਵੇ, ਅਸੌਲਟ ਦਾ ਹੋਵੇ, ਆਲ ਦ ਵੇ ਹੁਣ ਕੋਈ ਮਰਡਰ ਦਾ ਹੋਵੇ, ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੀ ਮੈਂ ਆਪਣੇ ਕਲਾਇੰਟ ਲਈ ਕਰ ਸਕਦਾ ਹਾਂ। ਹੁਣ ਕਈ ਲੋਕ ਸਪੋਰਟ ਵੀ ਕਰਦੇ ਆ ਵੀ ਜਦੋਂ ਇੱਦਾਂ ਦੇ ਕੇਸ ਵਿਨ ਹੁੰਦੀ ਆ ਤਾਂ ਕਈ ਲੋਕ ਆਪਣੇ ਅਗੇਂਸਟ ਵੀ ਜਾਂਦੇ ਕਿਉਂ ਕੀਤੀ ਹੈਲਪ ਦਿਸ ਦੈਟ, ਬਟ ਇਟਸ ਆਲਵੇਜ਼ ਮਾਈ ਜੌਬ ਐਡਵੋਕੇਟਿੰਗ ਫॉर ਮਾਈ ਕਲਾਇੰਟਸ ਰਾਈਟ। ਤਾਂ ਉਹਨਾਂ ਦੀ ਵੀ ਹੱਕ ਆ ਵੀ ਲੋਅਰ ਦੇ ਨਾਲ ਉਹ ਗੱਲ ਕਰਨ। ਬਿਲਕੁਲ। ਅੱਜ ਜਿਹੜੀ ਆਪਾਂ ਗੱਲਬਾਤ ਕਰਨੀ ਹੈ, ਜਿੱਦਾਂ ਮੈਂ ਇੰਟਰੋਡਕਸ਼ਨ ਦੇ ਵਿੱਚ ਵੀ ਦੱਸਿਆ ਕਿ ਡੀਕ੍ਰਿਮੀਨਲਾਈਜੇਸ਼ਨ ਜਿਹੜੀ ਹੋ ਰਹੀ ਹੈ ਇਹ ਦਰਅਸਲ 31 ਜਨਵਰੀ ਇਸੇ ਸਾਲ 31 ਜਨਵਰੀ ਯਾਨੀ ਕਿ ਹੁਣ 3-4 ਦਿਨ ਰਹਿ ਗਏ ਹੋ ਜਾਣੀ ਹੈ। ਔਰ ਇਸ ਡੀਕ੍ਰਿਮੀਨਲਾਈਜੇਸ਼ਨ ਦਾ ਮਤਲਬ ਕੀ ਹੈ, ਸਾਨੂੰ ਪਹਿਲਾਂ ਇਹ ਸਮਝਾਓ। ਮਿਸਟਰ ਕੌਸ਼ਲ, ਇਹ ਬਹੁਤ ਵੱਡੀ ਖਬਰ ਹੈ ਐਕਚੁਅਲੀ ਜਿਹੜੀ ਆਪਣੀ BC ਗਵਰਨਮੈਂਟ ਇੰਟਰੋਡਿਊਸ ਕਰ ਰਹੀ ਆ ਵੀ ਜਿਹੜੀਆਂ ਹਾਰਡ ਡਰੱਗਸ ਆ, ਕੋਕੇਨ ਹੋਇਆ, ਫੈਂਟਨਲ ਹੋਈ, ਮੈਰੀਜੁਆਨਾ ਤਾਂ ਅੱਗੇ ਲੀਗਲ ਆ, ਅਫੀਮ, ਓਪੀਅਡ ਜੋ ਵੀ ਹੈਗਾ, ਉਹ 31 ਜਨਵਰੀ 2023 ਤੋਂ ਲੈ ਕੇ 31 ਜਨਵਰੀ 2023 ਆਲ ਦ ਵੇ 31 ਜਨਵਰੀ 2026 3 ਸਾਲ ਵਾਸਤੇ ਉਹ ਇੱਕ ਪਾਇਲਟ ਪ੍ਰੋਜੈਕਟ ਇੰਟਰੋਡਿਊਸ ਕਰ ਰਹੇ ਆ ਜਿੱਥੇ ਇਹਨਾਂ ਨੂੰ ਡੀਕ੍ਰਿਮੀਨਲਾਈਜ਼ ਕਰ ਰਹੇ ਆ। ਲੀਗਲਾਈਜ਼ ਨਹੀਂ ਕਰ ਰਹੇ, ਡੀਕ੍ਰਿਮੀਨਲਾਈਜ਼। ਬਟ ਇਨਡਾਇਰੈਕਟਲੀ ਸਮਝ ਵੀ ਸੇਮ ਗੱਲ ਹੀ ਆ, ਪਰ ਕੋਈ ਹਾਲੇ ਮਤਾ ਨਹੀਂ ਪਾਸ ਕਰ ਰਿਹਾ ਵੀ ਅਸੀਂ ਇਹਨਾਂ ਨੂੰ ਲੀਗਲਾਈਜ਼ ਕਰਨਾ ਆ। ਡੀਕ੍ਰਿਮੀਨਲਾਈਜ਼ ਦਾ ਮਤਲਬ ਇਹ ਆ ਜੇ ਕੋਈ ਵੀ ਐਡਲਟ, ਮੈਂ ਕਹਿਣਾ ਚਾਹੁੰਦਾ ਵੀ 18 ਸਾਲ ਦੀ ਉਮਰ ਜਾਂ ਵੱਧ ਹੋਵੇ, ਜੇ ਉਹਨਾਂ ਤੋਂ 2.5 ਗ੍ਰਾਮ ਡਰੱਗ ਫੜੀ ਜਾਂਦੀ ਆ, 2.5 ਔਰ ਲੈਸ, ਉਹਨਾਂ ਨੂੰ
ਕ੍ਰਿਮੀਨਲ ਚਾਰਜਾਂ ਦਾ ਸਾਹਮਣਾ ਨਹੀਂ ਕਰਨਾ ਪੈਣਾ। ਅੱਗੇ ਕ੍ਰਿਮੀਨਲ ਚਾਰਜ ਲੱਗ ਜਾਂਦਾ ਸੀ ਫॉर ਪੋਜੈਸ਼ਨ। ਹੁਣ ਜਿਹੜੀ ਪੁਲਿਸ ਆਫਸਰ ਹੈ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਲੀਗਲ ਆਪਣੇ ਡੀਕ੍ਰਿਮੀਨਲਾਈਜੇਸ਼ਨ ਤੋਂ ਪਹਿਲਾਂ। ਜੇ ਤੁਹਾਨੂੰ ਕੋਈ ਵੀ ਵਿਅਕਤੀ ਮਿਲਦਾ ਆ 18 ਸਾਲ ਤੋਂ ਜਾਂ ਵੱਧ, ਇੰਨੀ ਕੁਆਂਟਿਟੀ ਉਹਨਾਂ ਕੋਲ ਹੈਗੀ ਆ, ਤਾਂ ਅਰੈਸਟ ਨਾ ਕਰੋ, ਉਹਨਾਂ ਨੂੰ ਰੀਸੋਰਸਿਸ ਆਫਰ ਕਰੋ ਵੀ ਅਸੀਂ ਤੁਹਾਡੀ ਕੀ ਹੈਲਪ ਕਰ ਸਕਦੇ ਹਾਂ। ਜੇ ਤੁਹਾਨੂੰ ਐਡਿਕਸ਼ਨ ਪ੍ਰੋਬਲਮ ਆ, ਵੀ ਕੋਈ ਕਾਉਂਸਲਿੰਗ ਲੈਣੀ ਆ ਜਾਂ ਕੋਈ ਟ੍ਰੀਟਮੈਂਟ ਫੈਸਿਲਿਟੀ ਜਾਣਾ ਆ, ਤਾਂ ਜਿਹੜੇ ਤੋਂ ਫੜ ਹੁੰਦੀ ਹੈ ਡਰੱਗ, ਉਹਨਾਂ ਦੀ ਮਰਜ਼ੀ ਆ ਵੀ ਉਹਨੀ ਕੋਈ ਟ੍ਰੀਟਮੈਂਟ ਐਕਸੈਪਟ ਕਰਨੀ ਕਿ ਨਹੀਂ ਕਰਨੀ, ਫੋਰਸ ਵੀ ਨਹੀਂ ਕਰ ਸਕਦੇ। ਪਰ ਜੇ ਤੁਹਾਡੀ ਉਮਰ ਹੈਗੀ 17 ਸਾਲ ਜਾਂ ਘੱਟ, ਭਾਵੇਂ 2 ਗ੍ਰਾਮ ਹੋਣ, 2.5 ਹੋਣ, 1 ਹੋਵੇ, ਤੁਹਾਨੂੰ ਆਪਣੇ ਕ੍ਰਿਮੀਨਲ ਚਾਰਜ ਦਾ ਸਾਹਮਣਾ ਕਰਨਾ ਪੈਣਾ। ਅੱਛਾ, ਹੁਣ ਜਿਹੜਾ ਲੀਗਲਾਈਜੇਸ਼ਨ ਦਾ, ਇਹ ਹੁਣ ਲੀਗਲ ਜਿਹੜੀ ਵਿੱਚ ਲਾਈਨ ਆ ਜਾਂਦੀ ਹੈ, ਬਹੁਤ ਥਿਨ ਜੀ ਲਾਈਨ ਹੈ। ਲੀਗਲਾਈਜੇਸ਼ਨ ਤੋਂ ਭਾਵ ਕੀ ਅਸੀਂ ਇਹ ਮੰਨੀਏ ਕਿ ਇਹਦੀ ਖਰੀਦੋ ਫਰੋਖਤ ਨਹੀਂ ਹੋ ਸਕਦੀ। ਡੀਕ੍ਰਿਮੀਨਲਾਈਜੇਸ਼ਨ ਦਾ ਮਤਲਬ ਇਹ ਹੈ ਕਿ ਜਿਹੜਾ ਆਪਣੇ ਪਰਸਨਲ ਯੂਜ਼ ਵਾਸਤੇ ਰੱਖਦਾ ਉਹਦੇ 'ਤੇ ਕੋਈ ਚਾਰਜ ਨਹੀਂ ਹੋਏਗਾ। ਕੀ ਇਹੀ ਮਤਲਬ ਹੈ? ਸਹੀ ਗੱਲ ਹੈ ਮਿਸਟਰ ਕੌਸ਼ਲ। ਬੜੀ ਹੈਰਾਨਗੀ ਦੀ ਗੱਲ ਹੈ, ਜਦੋਂ ਮੈਰੀਜੁਆਨਾ ਅਕਤੂਬਰ 2018 ਦੇ ਵਿੱਚ ਲੀਗਲਾਈਜ਼ ਹੋਈ ਸੀ, ਤਾਂ ਬੜਾ ਉਹਨੇ ਆਪਾਂ ਨੂੰ ਪਲਾਨ ਦਿੱਤਾ ਸੀਗਾ ਕਮਿਊਨਿਟੀ ਨੂੰ ਵੀ ਸਟੋਰਾਂ ਦੇ ਵਿੱਚ ਵੇਚੀ ਜਾਊਗੀ, ਤਾਂ ਟਰਸਟਡ ਸੋਰਸ ਤੋਂ ਉਹਨੀ ਲੈ ਕੇ ਆਉਣੀ ਹੈ ਵੀ ਕੋਈ ਤਾਂ ਓਵਰਡੋਸ ਨਾ ਜਾਂ ਕੁਛ ਮਾਰ ਨਾ ਜਾਵੇ, ਕਲੀਨ ਮਿਲਾਵਟ ਨਾ ਹੋਵੇ। ਤਾਂ ਇਹਦੇ ਵਿੱਚ ਹੈਰਾਨਗੀ ਇਹ ਗੱਲ ਹੈ, ਤੁਸੀਂ ਜੇ BC ਗਵਰਨਮੈਂਟ ਦੀ ਵੈਬਸਾਈਟ ਪੜ੍ਹਦੇ ਆ, ਉਹ 'ਚ ਇਹ ਲਿਖਿਆ ਵੀ ਸਟੋਰਾਂ ਦੇ ਵਿੱਚ ਡਰੱਗ ਵੇਚਣੀ ਗੈਰ ਕਾਨੂੰਨੀ ਆ, ਇਲੀਗਲ ਆ, ਜਿਹੜੀ ਇਹ ਡਰੱਗ ਨੂੰ ਡੀਕ੍ਰਿਮੀਨਲਾਈਜ਼ ਕਰ ਰਹੇ, ਜਿਹਨੂੰ ਡੀਕ੍ਰਿਮੀਨਲਾਈਜ਼ ਕਰ ਰਹੇ ਆ। ਤਾਂ ਦੂਜੇ ਪਾਸੇ ਜੇ ਕਿਸੇ ਫੜੀ ਜਾਂਦੀ ਆ 2.5 ਗ੍ਰਾਮਸ ਔਰ ਲੈਸ, ਤਾਂ ਉਹਨਾਂ ਤੋਂ ਨਹੀਂ ਚਾਰਜ ਵੀ ਨਹੀਂ ਲਾਉਣਾ। ਸੋ ਕੁਐਸਚਨ ਇਹ ਆਉਂਦਾ, ਜੀ ਸਟੋਰਾਂ 'ਚ ਤੁਸੀਂ ਵੇਚਣੀ ਇਨਡਾਇਰੈਕਟਲੀ ਤੁਸੀਂ ਅਲਾਓ ਕਰ ਰਹੇ ਹੋ, ਇੰਨੀ ਕੁਆਂਟਿਟੀ ਕੋਈ ਪਰਸਨ ਵੇਚ ਸਕਦਾ। ਸੋ ਇਹਦੇ 'ਚ ਮਤਲਬ ਕੋਈ ਐਸਾ ਅਜੇ ਤੱਕ ਗੱਲਬਾਤ ਸਾਹਮਣੇ ਨਹੀਂ ਆਈ ਕਿ ਕੀ ਜਿਹੜੀ ਇਹ ਡਰੱਗ ਡੀਕ੍ਰਿਮੀਨਲਾਈਜ਼ ਕੀਤੀ ਜਾਂਦੀ ਹੈ, ਇੱਕ ਸਟਿਗਮਾ ਤਾਂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਡਰੱਗ ਦੀ ਜਿਹੜੀ ਮਿਲਾਵਟੀ ਸਪਲਾਈ ਹੈ ਉਹਦੇ 'ਤੇ ਕਿਸੇ ਕਿਸਮ ਦੇ ਰੋਕ ਦੀ ਅਜੇ ਤੱਕ ਕੋਈ ਗੱਲ ਜਿਹੜੀ ਉਹ ਸਾਹਮਣੇ ਨਹੀਂ ਆ ਰਹੀ ਬਿਲਕੁਲ ਇਸ ਪਲਾਨ ਦੇ ਵਿੱਚ। ਜੇ ਡੀਕ੍ਰਿਮੀਨਲਾਈਜ਼ ਕਰਨਾ ਸੀ, ਇਨ ਮਾਈ ਓਪੀਨੀਅਨ, ਇਹ ਇੱਕ ਚਾਹੀਦਾ ਸੀ ਵੀ ਜੇ ਹੁਣ ਜਿਹੜੀ ਮਿਲਾਵਟ ਆ ਰਹੀ, ਫੈਂਟਨਲ ਕਿੰਨੇ ਲੋਕ ਮਰ ਰਹੇ ਆ, ਆਪਣੀ ਕੋਕੇਨ ਤੋਂ ਮਿਲਾਵਟ ਨਾਲ ਕਿੰਨੇ ਲੋਕ ਮਰ ਰਹੇ ਆ, ਜੇ ਹੁਣ ਡੀਕ੍ਰਿਮੀਨਲਾਈਜ਼ ਹੀ ਕਰਨਾ ਆ, ਤੁਹਾਡੀ ਇੱਕ ਪਾਸੇ ਕਹਿ ਰਹੇ ਵੀ ਡੈਥ ਨਾ ਹੋਣ, ਓਵਰਡੋਸ ਨਾ ਹੋਣ, ਪਰ ਉਹ ਫਿਰ ਸੋਰਸ ਕਿੱਥੋਂ ਆ ਰਹੀ ਆ, ਵੀ ਕਿੱਥੋਂ ਆ ਕੇ ਕਿੱਥੇ ਵੇਚਣੀ, ਤਾਂ ਕੀ ਉਹਦੇ ਵਿੱਚ ਹੈਗਾ, ਵੀ ਡੋਂਟ ਨੋ। ਜੇ ਹੁਣ ਤੁਸੀਂ ਰੈਗੂਲੇਟ ਕਰਨਾ ਸੀ 3 ਸਾਲ ਐਜ਼ ਅ ਗਵਰਨਮੈਂਟ, ਤਾਂ ਐਜ਼ ਅ ਕਲੀਨ ਸੋਰਸ ਦੇ ਸਕਦੇ ਸੀਗੇ, ਜਿਹੜਾ ਤੁਸੀਂ ਸਟਿਗਮਾ ਰਿਮੂਵ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਤਾਂ ਬਾਕੀ ਗੱਲ ਇੱਥੇ ਮੌਕੇ ਦੀ ਲੀਗਲ ਹੋਵੇ ਇਲੀਗਲ ਹੋਵੇ, ਜਿਹਨੇ ਵਰਤੋਂ ਕਰਨੀ ਉਹ ਨਹੀਂ ਕਰਨੀ ਆ। ਅੱਛਾ, ਹੁਣ ਦੇਖੋ ਸਾਇੰਸ ਮੈਂ ਕਹਿ ਰਿਹਾ, ਬਟ ਅਦਰਵਾਈਜ਼ ਐਵੀਡੈਂਸ ਬੇਸਿਸ ਹੀ ਕਵਾਂ, ਸਾਇੰਸ ਨੂੰ ਪਛੜਦੀ ਹੈ। ਐਵੀਡੈਂਸ ਬੇਸਿਸ ਦੇ ਆਧਾਰ 'ਤੇ, ਕਿਉਂਕਿ ਜਦੋਂ ਕੋਈ ਸਰਕਾਰੀ ਬਿਊਰੋਕਰੇਟ ਜਾਂ ਕੋਈ ਵੱਡੇ ਲੀਡਰ ਇਸ ਤਰੀਕੇ ਦੀ ਗੱਲਬਾਤ ਕਰਦੇ ਆ, ਤਾਂ ਬੜੇ ਹਵਾਲੇ ਨਾਲ ਲੈ ਕੇ ਆਉਂਦੇ, ਰੈਫਰੈਂਸ ਨਾਲ ਲੈ ਕੇ ਆਉਂਦੇ ਕਿ ਫਲਾਣੇ ਮੁਲਕ 'ਚ ਅਜਿਹਾ ਸੀ ਔਰ ਦੇਖੋ ਇਹ ਚੀਜ਼ ਇਹਦੇ ਨਾਲ ਬਹੁਤ ਫਰਕ ਪਿਆ, ਫਲਾਣੇ ਮੁਲਕ 'ਚ ਇਹ ਪਾਇਲਟ ਪ੍ਰੋਜੈਕਟ ਲਿਆਂਦਾ ਗਿਆ, ਇਹਦੇ ਨਾਲ ਬਹੁਤ ਫਰਕ ਪਿਆ। ਹੋ ਸਕਦਾ ਇੱਥੇ ਵੀ ਸਰਕਾਰ ਬਹੁਤ ਸਾਰੇ ਦਾਅਵੇ ਇਸ ਤਰੀਕੇ ਦੇ ਕਰ ਵੀ ਰਹੀ ਹੈ ਕਿ ਇਹਦੇ ਨਾਲ ਬਹੁਤ ਠੱਲ ਪਏਗੀ। ਹਾਲਾਂਕਿ 3 ਸਾਲ ਦਾ ਪਾਇਲਟ ਪ੍ਰੋਜੈਕਟ ਹੈ, ਪਤਾ ਨਹੀਂ ਅੱਗੇ ਜਾ ਕੇ ਚੱਲੇਗਾ ਜਾਂ ਨਹੀਂ ਚੱਲੇਗਾ, ਸਫਲ ਹੋਏਗਾ ਜਾਂ ਨਹੀਂ। ਇਹਨੂੰ ਇੱਕ ਗੈਂਬਲ ਦੇ ਤੌਰ 'ਤੇ ਵੀ ਕਈ ਲੋਕ ਦੇਖ ਰਹੇ ਆ, ਕਈ ਲੋਕ ਇੱਦਾਂ ਵੀ ਦੇਖ ਰਹੇ ਆ ਕਿ ਨਹੀਂ, ਸਟਿਗਮੇ ਤੋਂ ਬਾਹਰ ਲਿਆਉਣ ਦੀ ਜ਼ਰੂਰਤ ਹੈ ਕਿਉਂਕਿ ਹੋ ਰਿਹਾ। ਅੱਛਾ, ਹੁਣ ਇਹ ਜਿਹੜਾ ਸਭ ਤੋਂ ਪਹਿਲੀ ਚੀਜ਼ ਡੀਕ੍ਰਿਮੀਨਲਾਈਜੇਸ਼ਨ ਅਤੇ ਲੀਗਲਾਈਜੇਸ਼ਨ ਦੇ ਉੱਤੇ ਆਪਾਂ ਫਰਕ ਸਮਝ ਲਿਆ ਕਿ ਡੀਕ੍ਰਿਮੀਨਲਾਈਜੇਸ਼ਨ ਇਹ ਹੈ ਕਿ ਜਿਹੜਾ ਵਿਅਕਤੀ ਆਪਣੇ ਯੂਜ਼ ਦੇ ਵਾਸਤੇ ਰੱਖਦਾ ਹੈ ਉਹਦੇ 'ਤੇ ਚਾਰਜ ਨਹੀਂ ਹੋਏਗਾ। ਲੀਗਲਾਈਜੇਸ਼ਨ ਇਹ ਹੈ ਕਿ ਓਪਨ ਹੀ ਕਰ ਦਿੱਤੀ ਕਿ ਜਿੱਥੋਂ ਮਰਜ਼ੀ ਜਾ ਕੇ ਲਓ, ਖਰੀਦੋ, ਜਿਵੇਂ ਸੁੱਖਾ, ਉਹਦੀ ਗੱਲ ਨਹੀਂ ਆਪਾਂ ਕਰ ਰਹੇ। ਪਰ ਇਹ ਜਿਹੜਾ ਯੂਜ਼ਰ ਦੀ ਗੱਲ ਕੀਤੀ ਗਈ ਹੈ ਕਿ ਜਿਹੜੇ ਵਿਅਕਤੀ ਨੇ ਯੂਜ਼ ਕਰਨਾ, ਇਹ ਕਿਵੇਂ ਪਤਾ ਲੱਗੇਗਾ ਕਿ ਕੀ ਇਹ ਵਾਕਈ ਯੂਜ਼ਰ ਹੈ ਜਿਹੜਾ 2.5 ਗ੍ਰਾਮ ਆਪਣੀ ਜੇਬ 'ਚ ਰੱਖ ਕੇ ਬੈਠਾ? ਇਹ ਦੇਖੋ ਮਿਸਟਰ ਕੌਸ਼ਲ, ਹੁਣ ਲਾਈਕ ਆਈ ਸੈਡ, ਜਦੋਂ ਤੁਸੀਂ ਲੈਟਸ ਸੇ 2.5 ਗ੍ਰਾਮ ਨਾਲ ਫੜੇ ਜਾਂਦੇ ਹੈ, ਤਾਂ ਚੁੰਡੀ ਕੀ ਹੈ ਜਾਂ ਹੈਗੀ ਤਾਂ ਇੰਨੀ ਕਿਆ। ਹੁਣ ਮੇ ਬੀ ਪੁਲਿਸ ਆਫਸਰ ਨੂੰ ਨਹੀਂ ਪਤਾ ਲੱਗਣਾ ਵੀ ਇਹਨੇ ਗਾਂ ਵੇਚਣੀ ਆ ਜਾਂ ਆਪਣੇ ਯੂਜ਼ ਲਈ ਰੱਖਣੀ ਆ, ਜਾਂ ਕਿੰਨੇ ਇੱਦਾਂ ਦੇ ਪੈਕ ਕੋ ਘਰੇ ਜਾਂ ਹੋਰ ਕਿਤੇ ਖੱਬੇ ਸੱਜੇ ਪਏ ਆ। ਬਟ ਗੱਲ ਇੱਥੇ ਕਿ ਮੌਕੇ ਦੀ ਅੱਗੇ ਜਦੋਂ ਮਾੜੀ ਵੀ ਫੜ ਹੁੰਦੀ ਸੀ, ਭਾਵੇਂ ਥੋੜ੍ਹੀ 1 ਗ੍ਰਾਮ ਹੀ ਹੁੰਦਾ ਸੀਗਾ, ਉਹਦੇ ਵਿੱਚ ਇਹ ਸੀ ਯੂ ਆਰ ਅੰਡਰ ਅਰੈਸਟ ਫॉर ਪੋਜੈਸ਼ਨ ਡਰੱਗਸ। ਹੁਣ ਪੁਲਿਸ ਆਫਸਰ ਨੇ ਇਹ ਕਹਿਣਾ ਨਹੀਂ that you under arrest। ਹੁਣ ਉਹਨਾਂ ਦੀ ਜੋਬ ਇਹ ਬਣਨੀ ਹੈ ਰਿਸੋਰਸ ਆਫਰ ਕਰੋ। ਹੁਣ ਕਿੱਥੋਂ ਆਈ ਆ, ਕਿੱਥੋਂ ਲਈ, ਕਿੱਥੇ ਜਾਣੀ ਹੈ, ਜੋ ਪਰਸਨਲ ਯੂਜ਼ ਆ, ਇਟਸ ਕੈਨ ਬੀ ਹਾਰਡ ਫॉर them to prove। ਉਦੋਂ ਪ੍ਰੂਵ ਕਰ ਸਕਦੇ ਜਦੋਂ ਲਾਰਜ ਕੁਆਂਟੀਜ਼ ਦੇ ਵਿੱਚ ਫੜੇ ਜਾਣ, ਜਾਂ ਕਈ ਵਾਰੀ ਪੈਕੇਜਿੰਗ ਹੁੰਦੀ ਹੈ, ਪੁਲਿਸ ਅਫਸਰ ਨੂੰ ਸਿਗਨਲ ਹੁੰਦਾ ਵੀ ਜਦੋਂ ਮਲਟੀਪਲ ਪੈਕਸ ਹੁੰਦੇ ਆ ਤਾਂ ਪਤਾ ਹੁੰਦਾ ਵੀ ਡਿਸਟਰੀਬਿਊਟ ਨਹੀਂ ਕਰਨੀ ਆ। ਬਟ ਜੇ ਉੱਦਾਂ ਹੀ ਫੜੀ ਜਾਂਦੀ ਆ, ਦੇ ਵੋਂਟ ਨੋ। ਮਤਲਬ ਜੇ ਕਿਸੇ ਨੇ 2.5 ਗ੍ਰਾਮ ਰੱਖੀ ਹੋਈ ਹੈ, ਉਹ ਜਾ ਕੇ ਕਿਸੇ ਨੂੰ ਦੇ ਆਏ ਅਤੇ ਫਿਰ ਉਸ ਤੋਂ ਬਾਅਦ ਆ ਕੇ 2.5 ਗ੍ਰਾਮ ਜੇਬ 'ਚ ਪਾ ਲਏ, ਤਾਂ ਉਹ ਇੱਕ ਗੱਲ ਕਰ ਸਕਦਾ ਕਿ ਮੈਂ ਤਾਂ ਆਪਣੇ ਯੂਜ਼ ਵਾਸਤੇ ਰੱਖੀ ਹੈ। ਜਾਂ ਜੇ 2.5 ਤੁਹਾਡਾ ਫੜ ਹੁੰਦੀ ਆ ਔਰ ਲੈਸ ਕੋਈ ਵੀ ਡਰੱਗ, ਤਾਂ ਤੁਸੀਂ ਟਰਬਲ 'ਚ ਨਹੀਂ ਆ ਸਕਦੇ। ਅੱਛਾ, 31 ਜਨਵਰੀ ਤੋਂ ਪਹਿਲਾਂ ਜੇ ਕਿਸੇ ਕੋਲ 2.5 ਗ੍ਰਾਮ ਫੜੀ ਜਾਂਦੀ ਹੈ, ਉਸ ਕੇਸ ਦੇ ਵਿੱਚ ਕੀ ਸਜ਼ਾ ਜਿਹੜੀ ਉਹਦਾ ਪ੍ਰਾਵਧਾਨ ਹੈ? ਇਸ ਵੇਲੇ ਡਰੱਗ ਪੋਜੈਸ਼ਨ ਲਾਜ਼ BC ਦੇ ਉਹੀ ਆ ਕਰੰਟਲੀ। ਜੇ ਫੜੇ ਜਾਂਦੇ ਆ ਤਾਂ ਤੁਹਾਡੇ ਪੋਜੈਸ਼ਨ ਦਾ ਚਾਰਜ ਲੱਗ ਜਾਣਾ। ਹਾਂ, ਮੇ ਬੀ ਕੋਰਟ ਕੰਸੀਡਰ ਕਰ ਲਓਗੇ ਕਿ ਡਿਪੈਂਡਿੰਗ ਔਨ ਦ ਜੱਜ ਜਾਂ ਪ੍ਰੋਸੀਕਿਊਟਰ ਵੀ ਇੰਨੀ ਫੜ ਹੋਈ ਆ, ਹੁਣ ਲੀਗਲਾਈਜ਼ ਹੋਣ, ਆਪਣੀ ਡੀਕ੍ਰਿਮੀਨਲਾਈਜ਼ ਹੋਣ ਵਾਲੀ ਹੈਗੀ ਆ, ਛੱਡ ਦਿੰਦੇ ਕੰਡੀਸ਼ਨਾਂ 'ਤੇ। ਜੇ ਨਾ ਹੁੰਦੀ ਡੀਕ੍ਰਿਮੀਨਲਾਈਜ਼, ਫਿਰ ਕਿੰਨੇ ਇਹਦੇ 'ਤੇ ਚਾਰਜ ਗੰਭੀਰ ਲੱਗਦੇ ਆ ਔਰ ਕਿੰਨੀ ਕੁ ਸਜ਼ਾ ਜਿਹੜੀ ਹੋ ਜਾਂਦੀ ਹੈ? ਇਹ ਮਿਸਟਰ ਕੌਸ਼ਲ ਗੱਲ ਇੱਦਾਂ, ਪਹਿਲਾਂ ਦੇਖਦੇ ਆ ਵੀ ਕਿਹੜੀ ਡਰੱਗ ਆ, ਹੈ ਨਾ, ਉਸ ਤੋਂ ਬਾਅਦ 'ਚ ਦੇਖੇ ਕੁਆਂਟਿਟੀ ਕੀ ਆ। ਤਾਂ 2.5 ਗ੍ਰਾਮ ਹੀ ਮਿਲ ਜਾਂਦੀ। ਹਾਂ,
ਹੁਣ ਅੱਗੇ ਹੁੰਦਾ ਸੀ ਕੋਕੇਨ ਫੜ ਹੋ ਗਈ ਤਾਂ ਹੁਣ ਕੁਝ ਸਾਲਾਂ ਤੋਂ ਫੈਂਟਨਲ ਦਾ ਨਾਮ ਬਹੁਤ ਚੱਲ ਗਿਆ ਤਾਂ ਇਹ ਵੀ ਕੋਰਟਸ ਵੀ ਹੋ ਗਏ ਵੀ ਹੈ ਕੀ ਚੀਜ਼ ਆ ਅਪਰ ਕੋਰਟਸ ਬੜੀ ਸਟਰੋਂਗ ਲੈਂਗੁਏਜ ਦੇ ਵਿੱਚ ਡਿਟਰੈਂਟ ਭੇਜ ਰਿਹਾ ਵੀ ਜੇ ਕਿਸੇ ਫੈਂਟਨਲ ਫੜ ਹੁੰਦੀ ਆ ਹੁਣ ਉਹਦੀ ਕਈ ਵਾਰ ਕੋਕੇਨ ਨਾਲੋਂ ਸਜ਼ਾ ਵੱਧ ਹੋ ਜਾਂਦੀ ਆ ਸੋ ਇਹ ਗੱਲ ਦੇਖਣੀ ਹੁੰਦੀ ਇਜ਼ ਇਟ ਪੋਜੈਸ਼ਨ ਵੀ ਕੋਲੋਂ ਹੀ ਫੜ ਹੋਈ ਜਾਂ PPT ਜਿਹਨੂੰ ਕਹਿੰਦੇ ਪੋਜੈਸ਼ਨ ਫॉर द ਪਰਪਸ ਆਫ ਟ੍ਰੈਫਿਕਿੰਗ ਵੀ ਪੋਜੈਸ਼ਨ ਪਰ ਇਰਾਦਾ ਟ੍ਰੈਫਿਕ ਕਰਨ ਦਾ ਤਾਂ ਤੀਜੀ ਹੁੰਦੀ ਆ ਵੀ ਇੰਪੋਰਟੇਸ਼ਨ ਐਕਸਪੋਰਟੇਸ਼ਨ ਕ੍ਰਾਸ ਬਾਰਡਰ ਜਾਂ ਪਲੇਨ ਦੇ ਵਿੱਚ ਆਈ ਜਾਂ ਬਾਰਡਰ ਥਾਣੀ ਗਈ ਆ ਸੋ ਉਹ ਤਿੰਨਾਂ ਚੀਜ਼ਾਂ ਦੀ ਸਜ਼ਾ ਵੱਖ-ਵੱਖ ਹੁੰਦੀ ਆ ਹੁਣ ਜੇ ਪੋਜੈਸ਼ਨ ਤੇ ਫੜ ਹੋ ਜਾਓ ਹਾਂ ਕ੍ਰਿਮੀਨਲ ਰੈਕਡ ਬਣ ਸਕਦਾ ਬਟ ਮੇਬੀ ਤੁਹਾਡੀ ਜੇਲ੍ਹ ਬਚ ਸਕਦੀ ਆ ਤਾਂ ਜੇ ਹੁਣ ਲਾਰਜ ਕੁਆਂਟਿਟੀ ਫੜੀ ਜਾਂਦੀ ਆ ਕ੍ਰਾਸ ਬਾਰਡਰ 14 15 16 ਸਾਲ ਮਿਲ ਸਕਦੇ ਤੁਹਾਨੂੰ ਈਜ਼ਲੀ ਅੱਛਾ ਇੱਕ ਚੀਜ਼ ਇਹ 'ਚ ਜਿਹੜੀ ਹੋਰ ਸਮਝਣ ਵਾਲੀ ਮੈਂ ਪਹਿਲਾਂ ਦੱਸ ਦਿਆਂ ਕਿ ਇਹ ਜਿਹੜਾ ਹੈਲਥ ਕੈਨੇਡਾ ਉਹਨਾਂ ਨੇ ਇਹਨਾਂ ਨੂੰ ਗ੍ਰਾਂਟ ਕਰਤੀ ਸੀ ਐਗਜ਼ੈਂਪਸ਼ਨ ਇੱਕ ਰਾਹਤ ਦਿੱਤੀ ਸੀ ਕੰਟਰੋਲਡ ਡਰੱਗ ਐਂਡ ਸਬਸਟੈਂਸ ਐਕਟ ਦੇ ਅਧੀਨ ਜਿਹਦੇ ਵਿੱਚ ਓਪੀਓਇਡਸ ਨੇ ਜਿਵੇਂ ਹੈਰੋਇਨ ਹੋ ਗਈ ਮੋਰਫਿਨ ਹੋ ਗਈ ਫੈਂਟਨਾਈਲ ਹੋ ਗਈ ਇਹ ਵੀ ਇਹ 'ਚ ਐਗਜ਼ੈਂਪਟ ਕੀਤੀਆਂ ਗਈਆਂ ਰਾਹਤ ਦਿੱਤੀ ਗਈ ਸੋ ਫੈਂਟਨਾਈਲ ਵੀ ਕਿਸੇ ਕੋਲ ਫੜੀ ਗਈ 2.5 ਗ੍ਰਾਮ ਮੋਰਫਿਨ ਹੈਰੋਇਨ ਕਰੈਕ ਅਤੇ ਪਾਊਡਰ ਕੋਕੇਨ ਮੈਥਮਫੈਟਾਮਾਈਨ ਜਿਹਨੂੰ ਮੈਥ ਕਹਿ ਦਿੰਦੇ ਆ ਜਾਂ MDMA ਜਿਹਨੂੰ ਐਕਸਟੈਸੀ ਕਹਿ ਦਿੰਦੇ ਆ ਪਾਰਟੀ ਡਰੱਗ ਦੇ ਮੇਰੇ ਖਿਆਲ ਨਾਲ ਤੌਰ 'ਤੇ ਵੀ ਇਹਨੂੰ ਯੂਜ਼ ਕਰਦੇ ਹੋਰ ਤਰੀਕੇ ਨਾਲ ਵੀ ਜੇ ਵੀ ਫੜੀ ਜਾਂਦੀ ਹੈ ਤਾਂ 2.5 ਗ੍ਰਾਮ ਜਾਂ ਉਸ ਤੋਂ ਘੱਟ ਕਿਸੇ ਅਡਲਟ ਦੇ ਕੋਲੋਂ ਤਾਂ ਉਹਨਾਂ ਦੇ ਉੱਤੇ ਚਾਰਜ ਨਹੀਂ ਲੱਗਣਗੇ ਕੇਸ ਨਹੀਂ ਹੋਏਗਾ ਹੁਣ ਕੀ ਜਿਹੜੇ ਪੁਲਿਸ ਆਫਿਸਰ ਨੇ ਖਾਸ ਤੌਰ 'ਤੇ ਉਹਨਾਂ ਥਾਵਾਂ 'ਤੇ ਜਿੱਥੇ ਇਸ ਤਰੀਕੇ ਦੀ ਜੇ ਕਿਸੇ ਕੋਲ ਪਤਾ ਲੱਗਦਾ ਕਿ 2.5 ਗ੍ਰਾਮ ਹੈ ਜਾਂ ਨਹੀਂ ਹੈ ਕਿਸੇ ਕੋਲ ਪੋਜੈਸ਼ਨ 'ਚ ਡਰੱਗ ਆਉਂਦੀ ਹੈ ਕੀ ਇਹ ਵੇਗਿੰਗ ਸਕੇਲ ਆਪਣੇ ਕੋਲ ਰੱਖਿਆ ਕਰਨਗੇ ਜਿਹੜੇ ਪੁਲਿਸ ਆਫਿਸਰ ਦੇਖੋ ਜਦੋਂ ਇਹ 2.5 ਗ੍ਰਾਮ ਹੁੰਦੀ ਆ ਕਈ ਵਾਰ ਉਹ ਕਰ ਲੈਂਦੇ ਆ ਆਪਣੀ ਉਹ ਦੇ ਵੇਟ ਵੀ ਕਿੰਨੀ ਕੁ ਹੈਗੀ ਆ ਸਮ ਆਫਸਰ ਟ੍ਰੇਨਡ ਵਿਜ਼ੂਅਲੀ ਪਤਾ ਲੱਗ ਜਾਂਦਾ ਕਿੰਨੀ ਕੁ ਹੈਗੀ ਆ ਪਰ ਇੱਕ ਗੱਲ ਬਹੁਤ ਜ਼ਰੂਰੀ ਹੈ ਕਈ ਵਾਰੀ ਆਪਾਂ 2-3 ਜਣੇ ਇਕੱਠੇ ਟਰੈਵਲ ਕਰਦੇ ਹੁੰਦੇ ਆ ਹੁਣ ਜੇ ਤੁਸੀਂ ਆਪਣੇ 2.5 ਗ੍ਰਾਮ ਆਪਣੇ ਕੋਲ ਰੱਖਿਆ ਜੇ ਤੁਸੀਂ ਯੂਜ਼ ਰਿਹਾ ਤਾਂ ਤੁਸੀਂ ਕਿਹਾ ਤੀ ਆਹ ਮੇਰੇ ਫਰੈਂਡ ਦੀ ਆ ਮੇਰੇ ਰਿਸ਼ਤੇਦਾਰ ਦੀ ਆ ਤਾਂ ਤੁਹਾਡੇ ਤੋਂ 5 7.5 ਫੜੀ ਜਾਂਦੀ ਆ ਤਾਂ ਭਾਵੇਂ ਤੁਸੀਂ 3-4 ਜਣੇ ਇਹ ਤੁਹਾਡੇ ਪਰਸਨਲ ਪੋਜੈਸ਼ਨ ਦੇ ਵਿੱਚ ਤੁਹਾਡੇ ਤੋਂ ਕਿੰਨੀ ਆ ਹੁਣ ਇਹ ਨਹੀਂ ਵੀ ਮੈਂ ਆਪਣੇ ਫਰੈਂਡ ਹੀ ਲੈ ਰਿਹਾ ਜਾਂ ਅਸੀਂ ਬਾਏ ਕੀਤੀ ਆ ਤਾਂ ਡਿਸਟਰੀਬਿਊਟ ਕਰਨੀ ਆ ਉਹ ਕਨਫਿਊਜ਼ਨ ਇਹ ਨਹੀਂ ਤੁਸੀਂ ਬੱਸ 'ਚ ਬੈਠੇ ਹੋ ਤੇ 50 ਬੰਦੇ ਆ ਤਾਂ ਸਭ ਦੀ ਤੁਸੀਂ ਆਪਣੀ ਜੇਬ 'ਚ ਪਾ ਕੇ ਘੁੰਮ ਰਹੇ ਹੋ ਬਿਲਕੁਲ ਤਾਂ ਜਿੱਦਾਂ ਤੁਸੀਂ ਪਹਿਲਾਂ ਆਪਣਾ ਗੱਲ ਕੀਤੀ ਸਾਬਕਾ ਮੇਅਰ ਮੇਰੇ ਕੈਨੇਡੀ ਸਟੂਅਰਟ ਨੇ ਉਹਨਾਂ ਨੇ ਇਨੀਸ਼ੀਏਟਿਵ ਚੁੱਕਿਆ ਸੀ ਵੀ ਸਿਟੀ ਆਫ ਵੈਨਕੂਵਰ ਉਹਨਾਂ ਨੇ ਜੋ ਈਸਟ ਸਾਈਡ ਡਾਊਨਟਾਊਨ ਤੇ ਫੋਕਸ ਕੀਤਾ ਸੀ ਵੀ ਕਈ ਵਾਰ ਜਿਹੜੇ ਡਰੱਗ ਯੂਜ਼ਰ ਆ ਜਾਂ ਐਡਿਕਟ ਆ ਉਹ ਬਾਰ-ਬਾਰ ਸੇਮ ਚਾਰਜਾਂ 'ਤੇ ਫਸੀ ਜਾਂਦੇ ਆ ਵੇ ਹੁਣ ਜੇਲ੍ਹਾਂ 'ਚ ਭੇਜਣ ਨਾਲੋਂ ਇਹਨਾਂ ਨੂੰ ਕ੍ਰਿਮੀਨਲ ਰੈਕਡ ਬਾਰ-ਬਾਰ ਬਣਾਉਣ ਨਾਲੋਂ ਜੇ ਕੋਰਟ ਦਾ ਟਾਈਮ ਬਣਾਵੇ ਕੋਈ ਇਹਨਾਂ ਨੂੰ ਰਿਸੋਰਸਿਸ ਜਾਂ ਕੋਈ ਇੱਦਾਂ ਦੀ ਹੈਲਪ ਆਫਰ ਕਰੋ ਜਿੱਥੇ ਮੇਬੀ ਇਹ ਅਗਰੀ ਕਰ ਲੈਣਗੇ ਟ੍ਰੀਟਮੈਂਟ ਵਾਸਤੇ ਪਰ ਹੁਣ ਜਦੋਂ ਉਹਨਾਂ ਨੇ ਇਕੱਲੇ ਵੈਨਕੂਵਰ ਦੀ ਉਦੋਂ ਗੱਲ ਹੋ ਰਹੀ ਸੀ ਵੀ ਆਲ ਆਫ ਸਡਨ ਆਪਣੇ ਸਾਰੇ BC ਦੇ ਵਿੱਚ ਉਹਨੇ ਕਹਿ ਤਾ ਡੀਕ੍ਰਿਮੀਨਲਾਈਜ਼ ਕਰ ਦਿਓ ਬਟ ਹਾਲੇ ਵੀ ਜਿਹੜੀ ਮਿਊਨਿਸਪੈਲਿਟੀਜ਼ ਆ BC ਗਵਰਨਮੈਂਟ ਕਹਿ ਰਹੀ ਆ ਅਸੀਂ ਉਹਨਾਂ ਨੂੰ ਪਾਵਰ ਦੇ ਰਹੇ ਹਾਂ ਵੀ ਉਹ ਜਿਹੜੇ ਮਰਜ਼ੀ ਬਾਏ ਲਾਅ ਪਾਸ ਕਰ ਦੇਣ ਵੀ ਆਪਣੀ ਸਿਟੀ ਦੇ ਵਿੱਚ ਵੀ ਫੋਰ ਐਗਜ਼ਾਮਪਲ ਇੰਨੇ ਤੋਂ ਇੰਨੇ ਨਹੀਂ ਯੂਜ਼ ਕਰਨੀ ਜਾਂ ਇਸ ਥਾਂ 'ਤੇ ਨਹੀਂ ਕਰਨੀ ਉਹ ਸਿਟੀਜ਼ ਦੇ ਹਾਲੇ ਹੱਥ ਵਿੱਚ ਆ ਜਿਹੜੀ ਕੈਨੇਬਿਸ ਕੀਤੀ ਹੋਈ ਹੈ ਲੀਗਲਾਈਜ਼ ਯਾਨੀ ਕਿ ਭੰਗ ਜਿਹੜੀ ਕੀਤੀ ਹੋਈ ਲੀਗਲਾਈਜ਼ ਇਹਦੇ ਨਾਲ ਕਿੰਨਾ ਕੁ ਫਰਕ ਅਜੇ ਤੱਕ ਲੱਗ ਰਿਹਾ ਕੀ ਜਾਣਕਾਰੀਆਂ ਆ ਰਹੀਆਂ ਦੇਖੋ ਮਿਸਟਰ ਕੌਸ਼ਲ ਜਦੋਂ ਨਾ ਮੈਰੀਜੁਆਨਾ ਇਲੀਗਲ ਹੁੰਦੀ ਸੀ 2018 ਅਕਤੂਬਰ 2018 ਤੱਕ ਉਦੋਂ ਕਿੰਨੇ ਕੇਸ ਆਪਣੇ ਸਾਹਮਣੇ ਆਉਂਦੇ ਸੀ ਮੈਰੀਜੁਆਨਾ ਗਰੋ ਅਪਸ ਦੇ ਹੈ ਨਾ ਇੱਥੇ ਫੜੀ ਗਈ ਉੱਥੇ ਫੜੀ ਗਈ ਤਾਂ ਗਾਂ ਡਿਸਟਰੀਬਿਊਟ ਹੋ ਰਹੀ ਸੀ ਤਾਂ ਕੋਈ ਵੀ ਆਪਣੇ ਕੋਲ ਗੋਲੀ ਚੱਲਦੀ ਸੀ ਜਾਂ ਕ੍ਰਾਈਮ ਹੁੰਦਾ ਸੀ ਉਹ ਹੁੰਦਾ ਸੀ ਇਸ ਹਲਕੇ ਡਰੱਗ ਵੈਕਰੀ ਹੈ ਜਾਂ ਫਲਾਨਾ ਬੰਦਾ ਆ ਗਿਆ ਹੁਣ ਉਹਨੂੰ ਐਲੀਮੀਨੇਟ ਕਰਤਾ ਵੀ ਹੋਰ ਬੰਦਾ ਆ ਗਿਆ ਉਹਦੇ ਵਿੱਚ ਇੰਨਾ ਕੁ ਸੁਧਾਰ ਮੈਂ ਡੈਫੀਨੇਟਲੀ ਕਹਿ ਸਕਦਾ ਵੀ ਮੈਰੀਜੁਆਨਾ ਦੇ ਕੇਸ ਘੱਟ ਗਏ ਆ ਜੇ ਆਪਾਂ ਕਹਿ ਗੋਲੀਬਾਜ਼ ਚੱਲਣ ਦੀ ਘਟਨਾ ਹੋਈ ਜਾਂ ਹੋਰ ਕੋਈ ਕ੍ਰਾਈਮ ਹੋਇਆ ਜਾਂ ਖੁੱਲ੍ਹੇ ਤੌਰ 'ਤੇ ਜਿੱਥੇ ਲੋਕ ਵੇਚ ਰਹੇ ਸੀਗੇ ਅੰਡਰ ਕਵਰ ਉਹ ਹੁਣ ਸਟੋਰਾਂ ਦੇ ਵਿੱਚ ਮਿਲਦੀ ਆ ਸੋ ਆ ਉੱਥੇ ਕ੍ਰਾਈਮ ਥੋੜ੍ਹਾ ਘੱਟ ਗਿਆ ਪਰ ਹੈਰਾਨਗੀ ਦੀ ਇਹ ਗੱਲ ਆ ਇਨਕਲੂਡਿੰਗ ਮਾਈ ਸੈਲਫ ਹਾਲੇ ਵੀ ਮੈਰੀਜੁਆਨਾ ਦੇ ਕੇਸ ਆ ਰਹੇ ਆ ਘਟੇ ਜ਼ਰੂਰ ਆ ਪਰ ਆ ਰਹੇ ਆ ਬਿਕਾਜ਼ ਜਦੋਂ ਲੀਗਲਾਈਜ਼ ਵੀ ਕੀਤੀ ਸੀ ਅਕਤੂਬਰ 2018 ਵਿੱਚ ਉਹਨੇ ਕਿਹਾ 30 ਗ੍ਰਾਮ ਤੁਸੀਂ ਮੈਕਸਿਮਮ ਰੱਖ ਸਕਦੇ ਆ ਪਰ ਹਾਲੇ ਵੀ ਲੋਕ ਜਦੋਂ ਵੱਡੀ ਕੁਆਂਟਿਟੀ ਫੜੇ ਜਾਂਦੇ ਆ ਤਾਂ ਉਹਨਾਂ 'ਤੇ ਡਰੱਗ ਪੋਜੈਸ਼ਨ ਦਾ ਚਾਰਜ ਲੱਗ ਜਾਂਦਾ ਆ ਅੱਛਾ ਜੇ ਕਿਉਂਕਿ ਹੁਣ ਸਟੋਰਸ ਦੇ ਵਿੱਚ ਵਿਕ ਰਹੀ ਤਾਂ ਡੈਫੀਨੇਟਲੀ ਸਟੋਰਸ ਆਪਣਾ ਪ੍ਰੋਫਿਟ ਵੀ ਚਾਹੁੰਦੇ ਹੋਣਗੇ ਚਾਹੇ ਉਹ ਬਿਲਕੁਲ ਪਿਓਰ ਚੀਜ਼ ਹੀ ਵੇਚ ਰਹੇ ਹੋਣ ਪਰ ਇਹਦਾ ਮਤਲਬ ਇਹ ਹੈ ਕਿ ਕੰਜ਼ੰਪਸ਼ਨ ਵੀ ਡੈਫੀਨੇਟਲੀ ਵਧੀ ਹੋਣੀ ਹੈ ਜੇ ਇਹਦੇ ਅੰਕੜੇ ਚੈੱਕ ਕੀਤੇ ਜਾਣ ਦੇਖ ਲਓ ਅੱਗੇ ਕੰਜ਼ੰਪਸ਼ਨ ਆਈ ਥਿੰਕ ਵਧੀਆ ਹੁਣ ਵੇਪ ਨਵੀਂ ਚੀਜ਼ ਚੱਲੀ ਹੈ ਕਾਫੀ ਸਕੂਲਾਂ 'ਚ ਦੇਖ ਲਓ ਮਾਲਸ ਦੇਖ ਲਓ ਜਿੱਥੇ ਵੀ ਜਾਂਦੇ ਹੁਣ ਵੇਪ ਲੋਕੀ ਬਹੁਤ ਕਰਦੇ ਆ ਹੁਣ ਜਦੋਂ ਐਕਸੈਸਿਬਿਲਿਟੀ ਹੋ ਜਾਂਦੀ ਹੈ ਈਜ਼ੀਅਰ ਹੋ ਜਾਂਦਾ ਲੋਕਾਂ ਦਾ ਡਰ ਉੱਠ ਜਾਂਦਾ ਆ ਵੀ ਹੁਣ ਇਸ ਨਾਲ ਗੈਰ ਕਾਨੂੰਨੀ ਹੈ ਨਹੀਂ ਇਲੀਗਲ ਹੈ ਨਹੀਂ ਜੇ ਮੈਂ ਪੋਜੈਸ਼ਨ ਰੱਖ ਲਵਾਂ ਤਾਂ ਕੁਛ ਹੋਣਾ ਨਹੀਂ ਹੈਗਾ ਸੋ ਸਮ ਪੀਪਲ ਆਈ ਫੀਲ ਮੇਬੀ ਡੂ ਗੈਟ ਇਨਕਰੇਜ ਵੀ ਹੁਣ ਕੀ ਰੋਂਗ ਹੈ ਜੇ ਮੈਂ ਵੀ ਟਰਾਈ ਕਰ ਲਵਾਂ ਬਿਕਾਜ਼ ਗਵਰਨਮੈਂਟ ਤਾਂ ਲੀਗਲਾਈਜ਼ ਕਰਤੀ ਆ ਐਡਵੋਕੇਟ ਨਾਹਲ ਦੱਸੋ ਸਾਨੂੰ ਕਿ ਇਹ ਜਿਹੜੀ ਦਿੱਤੀ ਗਈ ਹੈ ਰਾਹਤ ਦਿੱਤੀ ਗਈ ਹੈ ਜਾਂ ਐਗਜ਼ੈਂਪਸ਼ਨਸ ਦਿੱਤੀਆਂ ਗਈਆਂ ਕਿਹੜੀਆਂ ਥਾਵਾਂ ਐਸੀਆਂ ਜਿੱਥੇ ਐਗਜ਼ੈਂਪਸ਼ਨਸ ਦਾ ਕੋਈ ਮਤਲਬ ਨਹੀਂ ਰਹੇਗਾ ਦੇਖੋ ਮਿਸਟਰ ਕੌਸ਼ਲ ਤੁਸੀਂ pretty much BC ਦੇ ਵਿੱਚ ਆਪਣਾ ਐਲੀਮੈਂਟਰੀ ਸਕੂਲ ਹੋਵੇ
ਹਾਈ ਸਕੂਲ ਹੋਵੇ ਜਾਂ ਕੋਈ ਵੀ ਚਾਈਲਡ ਕੇਅਰ ਫੈਸਿਲਿਟੀ ਜਾਂ ਆਪਣਾ ਏਅਰਪੋਰਟ, ਹੈਲੀਕਾਪਟਰ ਹੋਵੇ, ਕੋਸਟ ਗਾਰਡ BC ਦਾ, ਉਹਨਾਂ ਥਾਵਾਂ 'ਤੇ ਤੁਸੀਂ ਪੋਜੈਸ਼ਨ ਜਾਂ ਯੂਜ਼ ਨਹੀਂ ਕਰ ਸਕਦੇ ਹੈਗੇ। ਤਾਂ ਜੇ ਉੱਥੇ ਫੜੇ ਜਾਂਦੇ ਆ ਉਹਨਾਂ ਏਰੀਆ ਦੇ ਵਿੱਚ ਤਾਂ ਤੁਹਾਡੇ 'ਤੇ ਉਹ ਕ੍ਰਿਮੀਨਲ ਚਾਰਜ ਲਾ ਸਕਦੇ ਆ। ਪਰ ਹਾਲੇ ਤੱਕ ਮਿਊਨਿਸਪੈਲਿਟੀਜ਼ ਕੀ ਕਰਦੀਆਂ, ਸਿਟੀਜ਼ ਕੀ ਕਰਦੀਆਂ ਆ, ਉਹ ਉਹਨਾਂ ਨੂੰ ਪੂਰੀ ਨਹੀਂ ਖੋਲ੍ਹ ਦਿੱਤੀ ਹੈ BC ਗਵਰਨਮੈਂਟ ਨੇ ਵੀ। ਤੁਸੀਂ ਆਪਣੇ ਕੋਈ ਵੀ ਬਾਇਲਾ ਪਾਸ ਕਰਨੇ ਆ ਤਾਂ ਅਸੀਂ ਉਹਨਾਂ 'ਚ ਵਿੱਚ ਨਹੀਂ ਆਉਂਦੇ ਤੁਹਾਡੇ। ਸੋ ਮਿਊਨਿਸਪੈਲਿਟੀ ਕਹਿ ਸਕਦੀ ਹੈ ਕਿ ਅਸੀਂ ਆਪਣੇ ਇਲਾਕੇ 'ਚ, ਜਿਵੇਂ ਪਹਿਲਾਂ ਵੀ ਇਹ ਗੱਲ ਹੋਈ ਸੀ, ਜਿਹੜੇ ਸਰੀ ਦੇ ਸਾਬਕਾ ਮੇਅਰ ਸੀ ਉਹਨਾਂ ਨੇ ਕਿਹਾ ਸੀ ਮੈਂ ਸੁੱਖੇ ਦੀਆਂ ਦੁਕਾਨਾਂ ਨਹੀਂ ਖੁੱਲ੍ਹਣ ਦੇਣੀਆਂ ਭੰਗ ਦੀਆਂ, ਉਹਨਾਂ ਨੇ ਕਹਿਤਾ ਸੀ। ਸੋ ਹੋ ਸਕਦਾ ਕਿ ਹੁਣ ਵੀ ਇਹ ਬੜਾ ਇੰਟਰਸਟਿੰਗ ਮੁੱਦਾ ਬਣਨਾ ਹੈ। ਹੁਣ ਸਰੀ ਦੇਖ ਲਓ, ਵੈਨਕੂਵਰ ਦੇਖ ਲਓ ਜਾਂ ਡੈਲਟਾ, ਹਰੇਕ ਮੇਅਰ ਨੇ ਕੀ ਕਰਨਾ, ਉਹਨਾਂ ਦੀ ਹੁਣ ਆਈਡੀਓਲੋਜੀ ਕੀ ਆ ਕੀ ਨਹੀਂ ਹੈਗੀ, ਉਹ ਆਪਾਂ ਨੂੰ ਆਉਂਦੇ ਵੀਕਸ ਮੇਰੇ ਖਿਆਲ ਨਾਲ 3 ਸਾਲ ਦਾ ਪਾਇਲਟ ਪ੍ਰੋਜੈਕਟ ਔਰ ਸਟਿਗਮਾ ਦੀ ਆਪਾਂ ਬਾਰ-ਬਾਰ ਗੱਲ ਕਰਦੇ ਹਾਂ ਤਾਂ ਸ਼ਾਇਦ ਹੋ ਸਕਦਾ ਕਿ ਥੋੜ੍ਹੇ ਲੀਨੀਐਂਸੀ ਇੱਥੇ ਦਿਖਾਈ ਜਾਏ ਜਿਵੇਂ ਸੂਬਾ ਸਰਕਾਰ ਦਿਖਾ ਰਹੀ ਹੈ। ਆਪਾਂ ਕੁਝ ਗੱਲਬਾਤ ਇਹਦੇ ਬਾਰੇ ਕਰਦੇ ਹਾਂ। ਮੇਰੇ ਨਾਲ ਕਾਲਰ ਜੁੜੇ ਨੇ ਰਾਜ ਬਰਾੜ ਦੀ। ਰਾਜ ਬਰਾੜ ਸਾਹਿਬ, ਉਹਨਾਂ ਦੀ ਗੱਲ ਸੁਣੀਏ, ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ। ਬਰਾੜ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੈਸੇ ਤਾਂ ਡਰੱਗ ਦਾ ਇਸਤੇਮਾਲ ਕਰਨਾ ਸਿਹਤ ਲਈ ਹਾਨੀਕਾਰਕ ਹੀ ਹੋਣਾ, ਮੇਰਾ ਖਿਆਲ ਹੈ। ਬਿਲਕੁਲ ਹਾਨੀਕਾਰਕ ਹੈ ਜੀ। ਹਾਂਜੀ, ਪਰ ਫਿਰ ਵੀ ਜਿਹੜੇ ਕਿਸੇ ਨੂੰ ਇਹਦੀ ਲੋੜ ਪਵੇ ਜਾਂ ਡਾਕਟਰ ਦੀ ਆਪਣੇ ਪੰਜਾਬ 'ਚ ਲੋਕਾਂ ਦੇ ਲਾਇਸੈਂਸ ਬਣੇ ਹੋਏ ਹੈ, ਉਹਨਾਂ ਦੇ ਡਾਕਟਰਾਂ ਨਾਲ ਸਲਾਹ ਕਰਕੇ ਉਹਨਾਂ ਦੀ ਪਰਮਿਸ਼ਨ ਲੈ ਕੇ ਉਹਨਾਂ ਨੂੰ, ਮੈਂ ਤਾਂ ਪੁਰਾਣਾ ਗੱਲ ਕਰਨਾ ਸੀ ਜਿਹੜੀ ਸੀ, ਇਹਦੇ ਠੇਕੇ ਹੁੰਦੇ ਸੀ ਕੋਈ 1960 ਤੋਂ ਪਹਿਲਾਂ ਜੀ ਜੀ। ਤੇ ਫਿਰ ਵੀ ਜਦੋਂ ਠੇਕੇ ਬੰਦ ਹੋ ਗਏ, ਹੋਰ ਕੋਈ ਜਿਹਨਾਂ ਨੂੰ ਲੋੜ ਹੁੰਦੀ ਸੀ ਉਹਨਾਂ ਨੂੰ ਫੀਮ ਮਿਲਦੀ ਹੁੰਦੀ ਸੀ ਤੇ ਉਹ ਇਸਤੇਮਾਲ ਕਰਦੇ ਸੀ ਥੋੜ੍ਹੀ ਕੁਆਂਟਿਟੀ 'ਚ। ਤੇ ਇਹ ਚੱਲਦਾ ਸੀਗਾ ਆਪਣੇ ਪੰਜਾਬ ਦੇ ਵਿੱਚ। ਹੁਣ ਮੈਂ ਕਰਦਾ ਕਿ ਕੁਆਲਿਟੀ ਦੀ ਗੱਲ ਜਿਹੜੀ ਕਰਦਾ ਵੀ ਇਹਦੇ ਕੋਈ ਇੰਸਪੈਕਟਰ ਇੱਥੇ ਵੀ ਉਹ ਪਛਾਣ ਹੋਣ, ਉੱਥੇ ਤਾਂ ਹੈ ਉਹ ਡਰੱਗ ਇੰਸਪੈਕਟਰ ਆ, ਉਹ ਸੈਂਪਲ ਭਰ ਕੇ ਟੈਸਟ ਕਰਵਾਉਂਦੇ ਆ, ਲੈਬੋਰਟਰੀਜ਼ ਹੈਗੀਆਂ, ਉੱਥੋਂ ਜੇ ਸੈਂਪਲ ਫੇਲ ਹੋ ਜਾਏ ਤਾਂ ਫਿਰ ਉਹਦੇ 'ਤੇ ਕੋਈ ਨਾ ਕੋਈ ਐਕਸ਼ਨ ਆਉਂਦਾ ਜੀ। ਥੈਂਕ ਯੂ ਸੋ ਮਚ ਬਰਾੜ ਸਾਹਿਬ। ਪਰ ਦੇਖੋ, ਆਪਾਂ ਜਿਹੜੀ ਗੱਲ ਕਰ ਰਹੇ ਹਾਂ ਐਡਵੋਕੇਟ ਨਾਲ, ਕਿ ਇਹ ਤਾਂ ਕਿਤੇ ਵੀ ਇਨਸ਼ੋਰ ਨਹੀਂ ਕੀਤਾ ਜਾ ਰਿਹਾ ਕਿ ਡਰੱਗ ਦੀ ਸਪਲਾਈ ਜਿਹੜੀ ਉਹ ਸੇਫ ਸਪਲਾਈ ਹੈ ਜਾਂ ਨਹੀਂ ਹੈ। ਸਰਕਾਰ ਆਪਣੇ ਵੱਲੋਂ ਕੋਸ਼ਿਸ਼ ਤਾਂ ਕਰ ਰਹੀ ਹੈ, ਦਾਅਵੇ ਤਾਂ ਬਹੁਤ ਕਰ ਰਹੀ ਹੈ, ਪਰ ਇਸ ਪ੍ਰੋਜੈਕਟ ਦੇ ਵਿੱਚ ਜਿਹੜਾ ਇਹ ਪਾਇਲਟ ਪ੍ਰੋਜੈਕਟ ਹੈ, ਇਸ ਗੱਲ ਦੀ ਇਨਸ਼ੋਰਟੀ ਨਹੀਂ ਹੈ ਕਿ ਕੀ ਸੇਫ ਡਰੱਗ ਸਪਲਾਈ ਹੋਏਗੀ ਜਾਂ ਨਹੀਂ ਹੋਏਗੀ। ਦੂਸਰੀ ਗੱਲ ਜਿਹੜੀ ਇਹਦੇ 'ਚ ਸਭ ਤੋਂ ਮਹੱਤਵਪੂਰਨ ਜਿਹੜੀ ਇਹ ਆਉਂਦੀ ਹੈ ਕਿ ਮੈਨੂੰ ਹੈਰਾਨਗੀ ਇਸ ਚੀਜ਼ ਦੀ ਵੀ ਹੁੰਦੀ ਹੈ ਕਿ ਥੋੜ੍ਹੇ ਸਾਲ ਪਹਿਲਾਂ ਤੱਕ ਇਹ ਕਿਹਾ ਜਾਂਦਾ ਸੀ ਕਿ ਜਿਹੜੀ ਹੈਲਥ ਕੈਨੇਡਾ ਦੀ ਕੁਝ ਗਾਈਡਲਾਈਨ ਸੀ ਐਲਕੋਹਲ ਕੰਜ਼ੰਪਸ਼ਨ ਨੂੰ ਲੈ ਕੇ, ਕਿ ਤੁਸੀਂ 5 ਪੈਗ ਲਾ ਲਓ ਤਾਂ ਕੋਈ ਫਰਕ ਨਹੀਂ ਪੈਂਦਾ। ਔਰ ਰੀਸੈਂਟਲੀ ਜਿਹੜੀ ਗਾਈਡਲਾਈਨ ਆਈ ਹੈ ਉਹ ਕਹਿੰਦੇ ਕਿ ਹਫ਼ਤੇ 'ਚ ਜੇ 2 ਪੈਗ ਵੀ ਲਾਓ ਉਹ ਵੀ ਖਤਰਨਾਕ ਹੈ ਤੁਹਾਡੀ ਸਿਹਤ ਵਾਸਤੇ, ਕਿ ਕੈਂਸਰ ਤੱਕ ਕਰ ਦਿੰਦੀ ਹੈ। ਸੋ ਜਦੋਂ ਪਹਿਲਾਂ ਗੱਲਾਂ ਜਿਹੜੀਆਂ ਐਕਸਪਰਟਸ ਦੇ ਵੱਲੋਂ ਕਹੀਆਂ ਜਾਂਦੀਆਂ ਔਰ ਕੁਝ ਸਾਲਾਂ ਬਾਅਦ ਉਹ ਚੇਂਜ ਕਰ ਦਿੱਤੀਆਂ ਜਾਂਦੀਆਂ, ਉਨੀ ਦੇਰ ਦੇ ਵਿੱਚ ਲੋਕਾਂ ਨੂੰ ਜਿਹੜੀ ਆਦਤ ਪੈ ਜਾਂਦੀ ਹੈ ਉਸ ਪ੍ਰੋਡਕਟ ਦੇ ਸੇਵਨ ਦੀ, ਉਹਦੇ ਕੰਜ਼ੰਪਸ਼ਨ ਦੀ, ਤਾਂ ਉਹਦੇ ਲਈ ਤਾਂ ਫਿਰ ਜ਼ਿੰਮੇਵਾਰ ਮੇਰੇ ਖਿਆਲ ਨਾਲ ਲੋਕ ਹੀ ਮੰਨੇ ਜਾਣਗੇ ਜਾਂ ਕਿ ਉਹ ਅਥਾਰਟੀਜ਼ ਵੀ ਮੰਨੀਆਂ ਜਾਣਗੀਆਂ ਜਿਹੜੀਆਂ ਪਹਿਲਾਂ ਇਸ ਚੀਜ਼ ਨੂੰ ਕਹਿ ਦਿੰਦੀਆਂ ਕਿ ਹਾਂ ਕੋਈ ਗੱਲ ਨਹੀਂ, ਇਹਦੇ ਸੇਵਨ ਕਰਨ 'ਚ ਕੋਈ ਹਰਜ਼ ਨਹੀਂ। ਹਾਲਾਂਕਿ ਇਹਦੇ 'ਚ ਕਿਤੇ ਇਨਕਰੇਜ ਨਹੀਂ ਕੀਤਾ ਜਾ ਰਿਹਾ ਡਰੱਗਸ ਦੇ ਸੇਵਨ ਨੂੰ, ਇਹ ਨਹੀਂ ਕਿਹਾ ਜਾ ਰਿਹਾ, ਪਰ ਜਿਹੜੇ ਲੋਕ ਆਲਰੇਡੀ ਕਰ ਰਹੇ ਆ, ਮੇਰੇ ਖਿਆਲ ਨਾਲ ਰੀਹੈਬਲੀਟੇਸ਼ਨ ਵਾਲੇ ਪਾਸੇ ਜਿਹੜਾ ਕੰਮ ਸਰਕਾਰ ਚਲਾ ਰਹੀ ਸੀ, ਕਿਤੇ ਨਾ ਕਿਤੇ ਇਹ ਤੋਂ ਇਹ ਵੀ ਲੱਗ ਰਿਹਾ ਕਿ ਸ਼ਾਇਦ ਉਹ ਕਿਤੇ ਪੋਜ਼ੀਟਿਵ ਰਿਸਪੌਂਸ ਉੱਥੋਂ ਆਉਂਦਾ ਨਹੀਂ ਦਿਖ ਰਿਹਾ। ਇਹ ਸਿੱਧੀ ਗੱਲ ਹੈ ਮਿਸਟਰ ਕੌਸ਼ਲ, ਵੀ ਜਿੱਦਾਂ ਆਪਾਂ ਪਹਿਲਾਂ ਕਿਹਾ ਵੀ ਜਿਹਨੇ ਡਰੱਗ ਕਰਨੀ ਆ, ਭਾਵੇਂ ਲੀਗਲ ਹੋਵੇ ਇਲੀਗਲ ਹੋਵੇ, ਉਹਨਾਂ ਨੇ ਕਰਨੀ ਆ, ਕਰ ਵੀ ਰਹੇ ਆ ਲੋਕ। ਪਰ ਜਦੋਂ ਹੁਣ ਆਪਾਂ ਡੀਕ੍ਰਿਮੀਨਲਾਈਜ਼ ਕਰ ਰਹੇ ਹਾਂ, ਹਰੇਕ ਥਾਂ ਪ੍ਰਮੋਟ ਡੀਕ੍ਰਿਮੀਨਲ ਕਰ, ਜਿਨ੍ਹਾਂ ਨੇ ਨਹੀਂ ਵੀ ਕੀਤੀ ਸ਼ਾਇਦ ਉਹ ਵੀ ਹੁਣ ਇਨਕਰੇਜ ਹੋ ਜਾਣ ਵੀ ਟਰਾਈ ਕਰ ਲੈਣੇ। ਤਾਂ ਜਿਹੜੇ ਕਰ ਰਹੇ ਆ ਉਹਨਾਂ ਦਾ ਜਿਹੜਾ ਡਰ ਸੀ ਮਾੜਾ ਮੋਟਾ ਉਹ ਉੱਠ ਜਾਣਾ, ਬਿਕਾਜ਼ ਹੁਣ ਜੇ ਫੜੀ ਵੀ ਜਾਂਦੀ ਆ, ਮੈਂ ਕਿਹਾ ਟਰਬਲ 'ਚ ਫਸਣਾ ਆ, ਰਾਈਟ। ਬਟ ਲਾਈਕ ਯੂ ਸੈਡ, ਪਹਿਲਾਂ ਕਈ ਸਟੱਡੀਜ਼ ਹੋਈਆਂ, ਹੁਣ ਕਿੰਨਾ ਸਟੱਡੀਜ਼ 'ਤੇ ਲੋਕਾਂ ਦਾ ਭਰੋਸਾ ਹੈਗਾ ਨਹੀਂ ਹੈਗਾ, ਐਵਰੀਵਨ ਹੈਜ਼ देयर ਓਨ ਓਪੀਨੀਅਨ। ਬਟ ਲਾਈਕ ਯੂ ਸੈਡ, ਪਹਿਲਾਂ ਕਿਹਾ ਵੀ 5 ਲਾ ਲਓ ਪੈਗ, 4 ਲਾ ਲਓ, ਤਾਂ ਕਈ ਲੋਕ ਗੱਜ ਕੇ ਲਾਉਣੇ, ਤਾਂ ਹੁਣ ਤੁਸੀਂ ਕਹਿ ਰਹੇ 2 ਲਾ ਲਓ। ਹਾਂ, ਕਈਆਂ ਤੋਂ ਐਡਜਸਟਮੈਂਟ ਨਹੀਂ ਹੁੰਦੀ, ਇੰਨਾ ਅਸੀਂ ਘਟਾ ਲਈਏ, ਰਾਈਟ। ਸੋ ਇਹਦੇ ਵਿੱਚ ਲੋਕਾਂ ਨੇ ਕਿੰਨੀ ਕੰਜ਼ੰਪਸ਼ਨ ਕਰਨੀ ਉਹਨਾਂ ਦੀ ਮਰਜ਼ੀ ਆ, ਪਰ ਜਦੋਂ ਇੱਦਾਂ ਦੀ ਸਟੱਡੀਜ਼ ਮੈਸੇਜ ਦਿੰਦੀਆਂ ਜੇ ਗਵਰਨਮੈਂਟ ਵੱਲੋਂ ਆਉਂਦੇ ਆ ਤਾਂ ਉਹਨਾਂ ਵਿੱਚ ਆ ਗੈਸ ਉਹਨਾਂ ਨੂੰ ਵੀ ਤੁਸੀਂ ਥੋੜ੍ਹਾ ਜਿਹਾ ਬਲੇਮ ਕਰ ਸਕਦੇ, ਪਹਿਲਾਂ ਤੁਸੀਂ ਇੱਦਾਂ ਕਿਹਾ ਹੁਣ ਇੱਦਾਂ ਕਹਿ ਰਹੇ ਆ, ਤਾਂ ਹੁਣ ਜਾਨੂੰ ਬੰਦਾ ਆਦੀ ਹੋ ਗਿਆ। ਅਸੀਂ ਮਿਨਿਸਟਰ ਜਿਹੜੇ ਆ ਹੈਲਥ, ਮੈਂਟਲ ਹੈਲਥ ਐਂਡ ਐਡਿਕਸ਼ਨਸ ਦੇ ਸੀ, ਉਹਨਾਂ ਨੂੰ ਵੀ ਰਿਕੁਐਸਟ ਭੇਜੀ ਹੋਈ ਹੈ ਕਿ ਉਹ ਵੀ ਸਾਡੇ ਨਾਲ ਇਸ ਮਾਮਲੇ 'ਤੇ ਆ ਕੇ ਗੱਲਬਾਤ ਕਰਨ। ਉਹ ਵੀ ਮੇਰੇ ਖਿਆਲ ਨਾਲ ਕੁਝ ਦਿਨਾਂ ਤੱਕ ਸਾਨੂੰ ਉਹਨਾਂ ਦੇ ਵੱਲੋਂ ਵੀ ਗੱਲਬਾਤ ਜਿਹੜੀ ਆ ਹੋਏਗੀ। ਅੱਛਾ, ਹੁਣ ਜਿਹੜੇ ਕਈ ਸਰਕਮਸਟੈਂਸਿਸ ਦੀ ਵੀ ਗੱਲ ਕੀਤੀ ਹੈ, ਔਰ ਖਾਸ ਤੌਰ ਦੇ ਉੱਤੇ ਜਿਹੜੀ ਸਿਟੀਜ਼ ਦੀ ਤੁਸੀਂ ਲੋਕਲ ਬਾਈਲਾਜ਼ ਦੀ ਗੱਲ ਕੀਤੀ ਹੈ, ਇਹ 'ਚ ਮੈਂ ਇੱਕ ਹੋਰ ਚੀਜ਼ ਪੜ੍ਹ ਰਿਹਾ ਸੀ ਕਿ ਜਿਹੜੇ ਪ੍ਰਾਈਵੇਟ ਬਿਜ਼ਨਸ ਅਦਾਰੇ ਆ, ਸਪੋਜ਼ ਕੋਈ ਰੈਸਟੋਰੈਂਟ ਹੈ, ਕੋਈ ਬਾਰ ਹੈ, ਕੋਈ ਪੱਬ ਹੈ, ਜੇਕਰ ਕੋਈ ਉਹਦੇ ਵਿੱਚ ਇਸ ਤਰੀਕੇ ਦੇ ਨਾਲ ਇਸ ਸਬਸਟੈਂਸ ਨੂੰ ਲੈ ਕੇ ਚਲਾ ਜਾਂਦਾ ਤਾਂ ਉਹਨਾਂ ਦੀ ਡਿਸਕ੍ਰੈਸ਼ਨ ਹੋਏਗੀ ਕਿ ਉਹਨਾਂ ਨੇ ਅੰਦਰ ਬਹਿਣ ਦੇਣਾ ਜਾਂ ਨਹੀਂ ਬਹਿਣ ਦੇਣਾ। ਬਿਲਕੁਲ, ਇਹ ਉਹਨਾਂ ਦੀ ਹੋਣੀ ਆ। ਤਾਂ ਤੁਹਾਡੇ ਘਰੇ ਵੀ ਜੇ ਕੋਈ ਆਉਂਦਾ ਆ,
ਇੱਕ ਆਪਣੇ ਕ੍ਰਿਮੀਨਲ ਕੋਡ ਆ, ਕੋਈ ਵੀ ਆਪਣੇ ਚਾਰਜ ਲੱਗਦਾ ਉਹਦੇ ਥੱਲੇ ਲੱਗਦੇ ਆ ਨਾ ਚਾਰਜ, ਅਸੌਲਟ ਦਾ ਹੋਇਆ ਤਾਂ ਹੁਣ ਜੇ ਡਰੱਗ ਪੋਜੈਸ਼ਨ ਦੀ CDSA ਆਪਣੀ ਕੰਟਰੋਲ ਡਰੱਗ ਸਬਸਟੈਂਸ ਐਕਟ ਆ, ਤਾਂ ਜੇ ਤੁਸੀਂ ਕਿਸੇ ਘਰੇ ਜਾਂਦੇ ਆ, ਤੁਸੀਂ ਕਹਿ ਰਹੇ ਆ ਵੀ ਹਾਂ ਇਟਸ ਡੀਕ੍ਰਿਮੀਨਲਾਈਜ਼ਡ, ਮੈਂ ਨਹੀਂ ਚਾਹੁੰਦਾ ਤੁਸੀਂ ਮੇਰੇ ਘਰੇ ਕਰੋ, ਤਾਂ ਉਹ ਜਿਹੜੀ ਪੁਲਿਸ ਦੀ ਪਾਵਰ ਆ ਆਪਣੀ BC ਦੀ ਜਿਹੜੀ ਇੱਕ ਹੈਗੀ ਆ ਟ੍ਰੈਸਪੈਸਿੰਗ ਐਕਟ, ਉਹਨਾਂ ਦੀ ਪਾਵਰ ਆ ਵੀ ਤੁਹਾਨੂੰ ਉਹ ਟ੍ਰੈਸਪੈਸਿੰਗ ਐਕਟ ਦੇ ਥੱਲੇ ਘਰੋਂ ਰਿਮੂਵ ਕਰ ਸਕਦੇ ਆ, ਚਾਰਜ ਨਹੀਂ ਲਾਉਣਾ ਪਰ ਉਹਦੇ ਅੰਡਰ ਵੀ ਜੇ ਤੁਹਾਨੂੰ ਬਾਹਰ ਕੱਢ ਸਕਦੇ ਆ। ਪਰ ਜੇ ਤੁਸੀਂ ਕੋਈ ਨਸ਼ਾ ਕਰਕੇ ਨੁਕਸਾਨ ਕੀਤਾ ਆ ਤਾਂ ਕੋਰਟ ਉਸ ਐਕਟ ਦੇ ਥੱਲੇ ਆਰਡਰ ਕਰ ਸਕਦਾ ਵੀ ਜਿੰਨਾ ਤੁਹਾਡਾ ਨੁਕਸਾਨ ਹੈ ਡੈਮੇਜ ਕੀਤਾ ਤੁਸੀਂ ਪੇ ਕਰੋ। ਸੋ ਹਾਂ ਡੀਕ੍ਰਿਮੀਨਲਾਈਜ਼ ਹੋ ਗਈ, ਪਰ ਜੇ ਮੈਂ ਘਰ ਦਾ ਮਾਲਕ ਆ ਤਾਂ ਮੇਰੇ ਘਰ ਦੇ ਵਰਤੋਂ ਹੋ ਰਹੀ ਆ ਤਾਂ ਕੋਈ ਆਇਆ ਆ, ਮੈਂ ਕਹਿ ਸਕਦਾ ਮੇਰਾ ਹੱਕ ਇਹਨੂੰ ਇੱਥੇ ਨਹੀਂ ਤੁਸੀਂ ਯੂਜ਼ ਕਰ ਸਕਦੇ, ਤਾਂ ਜੇ ਨਹੀਂ ਕੋਈ ਮੰਨਦਾ ਤਾਂ ਆਪਣੇ ਉਹ ਟ੍ਰੈਸਪੈਸਿੰਗ ਐਕਟ ਥੱਲੇ ਪੁਲਿਸ ਵਾਲਿਆਂ ਕੋਲ ਪੂਰਾ ਹੱਕ ਆ ਵੀ ਉਹ ਰਿਮੂਵ ਕਰ ਸਕਦੇ ਤੁਹਾਡੇ ਘਰ ਤੋਂ। ਅੱਛਾ, ਹਾਈਪੋਥੈਟਿਕਲੀ ਜੀ ਇੱਕ ਗੱਲ ਹੈ ਕਿ ਹਾਲਾਂਕਿ ਆਪਣੇ ਕੋਲ ਜਾਂ ਅੰਕੜੇ ਤਾਂ ਨਹੀਂ, ਕਿਉਂਕਿ ਪਤਾ ਲੱਗੇਗਾ ਸਰਕਾਰ ਵੀ ਅੱਗੋਂ ਦੱਸੇਗੀ ਕਿ ਇਹਦੇ ਨਾਲ ਕੀ ਸ਼ੰਕਾ ਜਤਾਇਆ ਜਾ ਰਿਹਾ ਕਿ ਕੀ ਡਰੱਗਸ ਦੀ ਜਿਹੜੀ ਸਪਲਾਈ ਆ ਉਹ ਵੱਧ ਜਾਏਗੀ ਸੂਬੇ ਦੇ ਵਿੱਚ ਜੇ ਡੀਕ੍ਰਿਮੀਨਲਾਈਜ਼ ਹੋ ਜਾਂਦੀ ਹੈ ਔਰ ਲੋਕਾਂ ਦੀ ਪਹੁੰਚ ਜਿਹੜੀ ਆ ਉਹ ਆਸਾਨ ਹੋ ਜਾਂਦੀ ਹੈ। ਹਾਲਾਂਕਿ ਸਟਿਗਮੇ ਦੀ ਬਾਰ-ਬਾਰ ਗੱਲ ਕੀਤੀ ਜਾਂਦੀ ਕਿ ਲੋਕ ਸ਼ਾਇਦ ਇਹਦੇ ਨਾਲ ਬਾਹਰ ਆ ਕੇ ਕਰਨਾ ਸ਼ੁਰੂ ਕਰਨਗੇ, ਓਵਰਡੋਜ਼ ਨਾਲ ਲੋਕੀ ਨਹੀਂ ਮਰਨਗੇ, ਇਹ ਮੰਨਿਆ ਜਾ ਰਿਹਾ, ਕਿਉਂਕਿ ਪ੍ਰਾਇਮਰੀਲੀ ਸਰਕਾਰ ਦਾ ਇਹ ਉਦੇਸ਼ ਹੈ ਕਿ ਲੋਕ ਓਵਰਡੋਜ਼ ਦੇ ਨਾਲ ਨਾ ਮਰਨ। ਸੋ ਕਿਤੇ ਇਹ ਤਾਂ ਨਹੀਂ ਹੋਏਗਾ ਕਿ ਓਵਰਡੋਜ਼ ਨਾਲ ਠੀਕ ਹੈ ਅਸੀਂ ਮੌਤਾਂ ਦਾ ਬਚਾ ਲਾਂਗੇ, ਪਰ ਬਹੁਤ ਸਾਰੇ ਲੋਕ ਅਜਿਹੇ ਵੀ ਹੋਣਗੇ ਜਿਨ੍ਹਾਂ ਨੂੰ ਇੱਕ ਨਵੀਂ ਇਹਦੀ ਐਡਿਕਸ਼ਨ ਜਿਹੜੀ ਉਹ ਲੱਗ ਸਕਦੀ ਹੈ। ਬਿਲਕੁਲ ਲੱਗ ਸਕਦੀ ਆ। ਤਾਂ ਹੁਣ ਜੇ ਤੁਸੀਂ ਕਿਹਾ ਮਿਲਾਵਟੀ ਦੀ ਕੋਈ ਗੱਲ ਨਹੀਂ ਕੋਈ ਕਰ ਰਿਹਾ ਵੀ ਸੋਰਸ ਕੀ ਆ, ਕਿੱਥੋਂ ਆਉਣੀ ਆ, ਸਟੋਰੇਜ ਤੇ ਨਹੀਂ ਵੇਚਣੀ ਨਹੀਂ ਹੈਗੀ, ਤਾਂ ਹੁਣ ਬਿਕਾਜ਼ ਇਹਨੇ ਡੀਕ੍ਰਿਮੀਨਲਾਈਜ਼ ਕਰ ਦੇਣੀ ਆ। ਹਾਂ ਸ਼ਾਇਦ ਜਿਹੜੇ ਲੋਕ ਪਹਿਲਾਂ ਨਹੀਂ ਵੇਚਦੇ ਸੀ ਵੇਚਣ ਲੱਪਣ, ਜਾਂ ਜਿਹੜੇ ਡਰ ਕੇ ਵੇਚਦੇ ਸੀ ਖੁੱਲ੍ਹ ਕੇ ਵੇਚਣ ਲੱਪਣ, ਬਿਕਾਜ਼ ਲਾਈਕ ਯੂ ਸੈਡ ਦਿਸ ਬਿਫੋਰ ਵੀ 2.5 ਗ੍ਰਾਮ ਜੇ ਕਿਸੇ ਫੜੀ ਜਾਂਦੀ ਹੈ ਤੁਹਾਨੂੰ ਤੁਸੀਂ ਕਿੱਦਾਂ ਪ੍ਰੂਵ ਕਰਨਾ ਵੀ ਪਰਸਨਲ ਯੂਜ਼ ਵਾਸਤੇ ਜਾਂ ਗਾਂ ਕਿਸੇ ਨੂੰ ਵੇਚਣ ਵਾਸਤੇ ਆ, ਰਾਈਟ। ਸੋ ਇਟਸ ਸਮਥਿੰਗ ਵੀ ਆਈ ਥਿੰਕ ਇਨਕਰੀਜ਼ ਹੋ ਸਕਦਾ ਆ, ਡੀਕਰੀਜ਼ ਤਾਂ ਹੋਣਾ ਨਹੀਂ, ਇਨਕਰੀਜ਼ ਡੈਫੀਨਿਟਲੀ ਹੋ ਸਕਦਾ। ਔਰ ਮੇਰੇ ਖਿਆਲ ਨਾਲ ਫੋਕਸ ਵੀ ਸਰਕਾਰ ਦਾ ਜਾਂ ਜਿਹੜੀਆਂ ਪੁਲਿਸ ਏਜੰਸੀਜ਼ ਨੇ ਉਹਨਾਂ ਦਾ ਉਹਨਾਂ ਏਰੀਆਜ਼ ਦੇ ਵਿੱਚ ਜ਼ਿਆਦਾ ਰਹੇਗਾ, ਜਿਵੇਂ ਵੈਨਕੂਵਰ ਡਾਊਨਟਾਊਨ ਈਸਟ ਸਾਈਡ ਦੀ ਗੱਲ ਕਰਦੇ ਹਾਂ ਜਾਂ ਆਪਣੇ ਇੱਥੇ ਵੋਲੀ ਵਾਲੇ ਪਾਸੇ ਦੀ ਗੱਲ ਕਰਦੇ ਹਾਂ, ਇਹਨਾਂ ਸਾਈਡ 'ਤੇ ਜ਼ਿਆਦਾ ਰਹੇਗਾ ਜਿੱਥੇ ਜ਼ਿਆਦਾ ਲੋਕ ਜਿਹੜੇ ਮਤਲਬ ਬਹੁਤ ਜ਼ਿਆਦਾ ਚੈਲੰਜ ਦੇ ਵਿੱਚੋਂ ਗੁਜ਼ਰ ਰਹੇ ਨੇ, ਜਾਂ ਓਵਰਡੋਜ਼ ਡੈਥਸ ਦੀਆਂ ਜਿੱਥੋਂ ਇਨਫੋਰਮੇਸ਼ਨਸ ਆਉਂਦੀਆਂ, ਜਾਂ ਅਨਸੁਪਰਵਾਈਜ਼ਡ ਸਾਈਟਸ ਨੇ ਜਿੱਥੇ ਡਰੱਗਸ ਜਿਹੜਾ ਉਹ ਯੂਜ਼ ਕੀਤਾ ਜਾਂਦਾ। ਪਰ ਕੁੱਲ ਮਿਲਾ ਕੇ ਬਾਕੀ ਦੀਆਂ ਜਿਹੜੀਆਂ ਥਾਵਾਂ ਨੇ ਲੋਕ ਆਪਣੇ ਘਰਾਂ ਦੇ ਵਿੱਚ ਵੀ ਇਹਦਾ ਇਸਤੇਮਾਲ ਕਰਦੇ ਆ। ਬਹੁਤ ਸਾਰੇ ਲੋਕ ਜਿਹੜੇ ਘਰਾਂ ਦੇ ਵਿੱਚ ਵੀ ਜਾਂ ਆਪਣੀਆਂ ਪ੍ਰਾਈਵੇਟ ਜਿਹੜੀਆਂ ਪਲੇਸਿਸ ਨੇ ਉਹਨਾਂ ਦੇ ਵਿੱਚ ਵੀ ਮਰ ਜਾਂਦੇ ਆ ਓਵਰਡੋਜ਼ ਦੇ ਕਰਕੇ। ਕਿਤੇ ਇਹਦੇ ਨਾਲ ਜਦੋਂ 2.5 ਗ੍ਰਾਮ ਰੱਖਣ ਦੀ ਗੱਲ ਕੀਤੀ ਜਾਂਦੀ ਹੈ, ਕਿਤੇ ਇਹ ਨਾ ਹੋਏ ਕਿ ਓਵਰਡੋਜ਼ ਜਿਹੜੀ ਆ ਉਹ ਜ਼ਿਆਦਾ ਹੋਣੀ ਸ਼ੁਰੂ ਹੋ ਜਾਏ, ਇਹ ਵੀ ਸ਼ੰਕਾ ਜਿਹੜਾ ਉਹ ਜਤਾਇਆ ਜਾ ਰਿਹਾ। ਪਰ ਓਵਰਡੋਜ਼ ਬਚਾਉਣ ਦੀ ਜਿਹੜੀ ਗੱਲ ਸਰਕਾਰ ਕਰ ਰਹੀ ਹੈ ਜਾਂ 3 ਸਾਲ ਦਾ ਪ੍ਰੋਜੈਕਟ ਰੱਖਿਆ ਗਿਆ, ਕੀ ਲੱਗ ਰਿਹਾ ਤੁਹਾਨੂੰ ਕਿ ਜੇ ਵਾਪਸ ਆਉਣ ਦੀ ਗੱਲ ਕੀਤੀ ਜਾਏ, ਇੱਥੋਂ ਵਾਪਸ ਆਉਣ ਦੀ ਗੱਲ ਅੱਜ ਤੋਂ 3 ਸਾਲ ਬਾਅਦ ਕੀਤੀ ਜਾਏ, ਕਿ ਤੁਹਾਨੂੰ ਲੱਗਦਾ ਕਿ ਇੱਕ ਸਫਲ ਇਹ ਗੱਲਬਾਤ ਹੋਏਗੀ ਕਿ ਵਾਪਸ ਆਇਆ ਜਾ ਸਕੇਗਾ? ਇਹ ਦੇਖੋ ਹੁਣ 3 ਸਾਲ ਪੂਰੇ 36 ਮਹੀਨੇ ਉਹਨੇ ਦੇਖਣੇ ਆ ਵੀ ਕੀ ਹੋਣਾ ਹੈ, ਤਾਂ ਅੰਕੜੇ ਬੜੀ ਛੇਤੀ ਸਾਹਮਣੇ ਆਉਣ ਲੱਪਣੇ ਆ। ਇਨ ਫਿਊ ਮੰਥਸ ਵੀ ਡੈਥਸ ਵਧੀਆਂ ਘਟੀਆਂ ਜਾਂ ਕੀ ਹੋਇਆ, ਪਰ ਜਦੋਂ ਇੱਕ ਵਾਰੀ ਇਸ ਪਾਸੇ ਨੂੰ ਹੋਣ ਲੱਗ ਪਓ ਨਾ ਡੀਕ੍ਰਿਮੀਨਲਾਈਜ਼ੇਸ਼ਨ ਵੱਲ ਨੂੰ, ਫਿਰ ਇਵੈਂਚੁਅਲੀ ਲੀਗਲਾਈਜ਼ੇਸ਼ਨ ਜੇ ਉਹਨੇ ਕਰਨੀ ਆ, ਆਈ ਡੋਂਟ ਥਿੰਕ ਵੀ ਬੈਕ ਆਉਗੇ। ਬਟ ਮੇ ਵੀ ਇੱਦਾਂ ਹੋ ਸਕਦਾ ਵੀ ਜੇ ਉਹਨੇ ਫਿਊਚਰ ਵਧਾਉਣਾ ਵੀ ਹੋਵੇ, ਸਾਲ ਹੋਰ ਵਧਾ ਦਈਏ, ਉਹ ਇੱਦਾਂ ਕਰ ਸਕਦੇ ਆ ਮੇ ਵੀ ਜਿੱਥੋਂ ਆ ਰਹੀ ਆ ਸੋਰਸ, ਜਾਂ ਸਟੋਰਾਂ ਦੇ ਵਿੱਚ ਲਾ ਦਈਏ, ਜਾਂ ਮਿਲਾਵਟ ਨਾ ਹੋਵੇ, ਤਾਂ ਉਹਨਾਂ ਵਿੱਚ ਉਹ ਆਪਾਂ ਡੈਫੀਨਿਟਲੀ ਕਹਿ ਸਕਦੇ ਹਾਂ। ਲੀਗਲ ਅਕਾਊਂਟੇਬਿਲਿਟੀਜ਼ ਕਿ ਕੀ ਕੋਈ ਜੇ ਕੱਲ੍ਹ ਨੂੰ ਕਿਸੇ ਕਿਸਮ ਦਾ ਕੋਈ ਹਵੀ ਨਵੀ ਇਹਦੇ 'ਚ ਹੁੰਦੀ ਹੈ, ਪਲੱਸ ਜਾਂ ਮਾਈਨਸ, ਪੋਜ਼ੀਟਿਵ ਜਾਂ ਨੈਗੇਟਿਵ ਵਾਲੇ ਪਾਸੇ ਜਾਂਦੀ ਹੈ, ਕਿ ਕੋਈ ਲੀਗਲ ਅਕਾਊਂਟੇਬਿਲਿਟੀ ਦੀ ਗੱਲ ਕੀਤੀ ਗਈ ਕਿ ਸਰਕਾਰ ਕੀ ਕਰੇਗੀ, ਜਾਂ ਕਿ ਇਹ ਰਿਵਿਊ ਦੇ ਉੱਤੇ ਹੀ ਮੈਟਰ ਜਾਏਗਾ? ਹਾਲੇ ਤੱਕ ਤਾਂ ਦੇਖ ਲਓ ਸ਼ਰਾਬ ਲੀਗਲਾਈਜ਼ ਕਦੀ ਸਰਕਾਰ 'ਤੇ ਕਿਸੇ ਨੇ ਉਂਗਲ ਨਹੀਂ ਚੁੱਕੀ। ਜਦ ਦੀ ਮੈਰੀਜੁਆਨਾ ਲੀਗਲਾਈਜ਼ ਹੋਈ ਆ, ਕਦੀ ਮੇਰੇ ਹਿਸਾਬ ਨਾਲ ਕਿਸੇ ਨੇ ਗਵਰਨਮੈਂਟ ਖਿਲਾਫ ਕੀਤਾ ਨਹੀਂ ਕੋਈ ਐਕਸ਼ਨ, ਵੇਖਾ ਕੋਈ ਮੈਰੀਜੁਆਨਾ ਓਵਰਡੋਜ਼ ਤੇ ਮਰ ਗਿਆ ਜਾਂ ਕੰਜ਼ੰਪਸ਼ਨ ਵੱਧ ਗਈ ਆ। ਸੋ ਇਲੀਗੈਲਿਟੀ ਹਾਲੇ ਤੱਕ ਆਈ ਡੋਂਟ ਥਿੰਕ ਵੀ ਕੋਈ ਹੈਗੀ ਆ। ਤਾਂ ਕੱਲ੍ਹ ਨੂੰ ਜੇ ਓਵਰਡੋਜ਼ ਨਾਲ ਮੌਤਾਂ ਵੱਧਦੀਆਂ ਜਾਂ ਜ਼ਿਆਦਾ ਕੰਜ਼ੰਪਸ਼ਨ ਹੋਣ ਲੱਗ ਪੈਂਦੀ ਆ, ਫਿਰ ਗਵਰਨਮੈਂਟ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ ਇੰਨਾ ਕਹਿ ਸਕਦੀ ਆ ਅਸੀਂ ਟਰਾਈ ਕੀਤਾ ਪਾਇਲਟ ਪ੍ਰੋਜੈਕਟ, ਅਨਫੋਰਚੂਨੇਟਲੀ ਇਟ ਡਿਡ ਨਾਟ ਗੋ ਐਜ਼ ਪਲਾਨਡ and we're gonna not proceed with it. ਪਰ ਜਿਹੜਾ ਕੈਨੇਬਿਸ ਦੀ ਸੇਲ ਦੀ ਆਪਾਂ ਗੱਲ ਕਰ ਰਹੇ ਸੀ ਨਾ, ਦੇਖੋ ਹੁਣ ਅੰਕੜੇ ਤਾਂ ਸਟੈਟਸ ਕੈਨੇਡਾ ਨੇ ਜਾਰੀ ਕੀਤੇ, ਅੰਕੜਾ ਵਿਭਾਗ ਆ ਆਪਣਾ, ਉਹਨਾਂ ਨੇ ਜਿਹੜੇ ਅੰਕੜੇ ਜਾਰੀ ਕੀਤੇ, ਜੋ ਜਾਣਕਾਰੀਆਂ ਆਪਣੇ ਕੋਲ ਆਈਆਂ ਇਸ ਵੇਲੇ ਤੱਕ, ਕਿ ਕੈਨੇਡਾ ਦੇ ਵਿੱਚ ਕੈਨੇਬਿਸ ਜਾਂ ਜਿਹੜਾ ਭੰਗ ਹੈ ਇਹਦੀ ਸੇਲ ਘਟੀ ਹੈ। ਸੇਲ ਕਿਸ ਤਰੀਕੇ ਨਾਲ? ਅਡਲਟ ਯੂਜ਼ ਸੇਲ ਘਟੀ ਹੈ, ਪਰ ਇਹ ਉਹ ਸੇਲ ਹੈ ਜਿਹੜੀ ਦੁਕਾਨਾਂ ਦੇ ਵਿੱਚੋਂ ਹੋਈ ਹੈ, ਜਿਹੜੀ ਕਾਨੂੰਨਨ ਤੌਰ 'ਤੇ ਹੋਈ ਹੈ। ਹੁਣ ਜਿਹੜੀ ਗ੍ਰੇ ਮਾਰਕੀਟ 'ਚੋਂ ਡਿਲੀਵਰੀ ਹੁੰਦੀ ਪਈ ਹੈ, ਜਿਹੜੀ ਕੰਪੀਟੀਸ਼ਨ ਦੇ ਲਿਹਾਜ਼ ਦੇ ਨਾਲ ਜਿਹੜੀ ਟ੍ਰੈਫਿਕਿੰਗ ਦੇ ਜ਼ਰੀਏ ਹੋ ਰਹੀ ਹੈ, ਉਹ ਸੇਲਸ ਤਾਂ ਇਹਦੇ ਵਿੱਚ ਨਹੀਂ ਆਈ। ਹੁਣ ਉਹ ਸਟੈਟਸ ਦੇ ਵਿੱਚ ਨਹੀਂ ਆਈ। ਹੁਣ ਸਟੈਟਸ ਦੇ ਮੁਤਾਬਿਕ ਜੇ ਆਪਾਂ ਦੇਖੀਏ, ਨਵੰਬਰ ਦੇ ਮਹੀਨੇ ਦੇ ਵਿੱਚ ਪਿਛਲੇ ਸਾਲ ਜਿਹੜੀ ਅਡਲਟ ਯੂਜ਼ ਸੇਲ ਹੈ, ਔਰ ਇਹ ਡਾਲਰ ਫਿਗਰ ਦੇ ਵਿੱਚ ਹੈ, ਇਹ ਪ੍ਰੋਡਕਟ ਦੇ ਜਿਹੜਾ ਯੂਨਿਟਸ ਹੈ ਉਹਦੇ ਅਕੋਰਡਿੰਗ ਨਹੀਂ ਹੈ। ਇਹਨਾਂ ਨੇ ਕਿਹਾ ਕਿ $337 ਮਿਲੀਅਨ ਦੀ ਸੇਲਸ ਹੋਈ ਹੈ, ਜਿਹੜੀ ਕਿ 4.3% ਦੀ ਡਿਕਲਾਈਨ ਹੈ।
ਔਰ ਇਹ 'ਚ ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਡਿਕਲਾਈਨ ਹੋਈ ਹੈ ਉਹ ਜ਼ਿਆਦਾ ਵੱਡੀ ਹੋਈ ਹੈ। ਇਹਨਾਂ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਕਤੂਬਰ ਦੇ ਮਹੀਨੇ ਦੇ ਨਾਲ ਜੇ ਕੰਪੇਅਰ ਕਰੀਏ ਨਵੰਬਰ ਦੇ ਮਹੀਨੇ 'ਚ ਤਾਂ 6% ਦੀ ਡਿਕਲਾਈਨ ਹੋਈ ਹੈ। ਅਪਰੋਕਸੀਮੇਟਲੀ $55.8 ਮਿਲੀਅਨ ਦੀ ਨਵੰਬਰ ਦੇ ਮਹੀਨੇ 'ਚ ਸੇਲ ਹੋਈ ਹੈ ਕੈਨਬਿਸ ਪ੍ਰੋਡਕਟਸ ਦੀ, ਜਿਹੜੀ ਕਿ $2.5 ਮਿਲੀਅਨ ਘੱਟ ਹੈ ਅਕਤੂਬਰ ਦੇ ਮਹੀਨੇ ਦੇ ਵਿੱਚ। ਸੋ ਤਕਰੀਬਨ $60 ਮਿਲੀਅਨ ਦੀ ਕੈਨਬਿਸ ਦੇ ਪ੍ਰੋਡਕਟ ਜਿਹੜੇ ਹੈ ਉਹ ਇੱਕ ਮਹੀਨੇ ਦੇ ਵਿੱਚ ਵਿਕ ਜਾਂਦੇ ਆ ਸੂਬੇ ਦੇ ਵਿੱਚ। ਸੋ ਇਹਨੂੰ ਇੱਦਾਂ ਵੀ ਆਪਾਂ ਦੇਖੀਏ, ਇਕੱਲੀ ਘੱਟ ਵਾਲੇ ਪਾਸੇ ਨਾ ਦੇਖੀਏ, ਇਹ ਵੀ ਦੇਖੀਏ ਕਿ ਕਿੰਨੇ ਮਿਲੀਅਨਸ ਆਫ ਡਾਲਰ ਦਾ ਇੱਕ ਕਾਰੋਬਾਰ ਜਿਹੜਾ ਉਹ ਕੈਨਬਿਸ ਦਾ ਬਣ ਗਿਆ। ਹਾਲਾਂਕਿ ਇਹਦੇ ਵਿੱਚ ਇਹ ਬਿਲਕੁਲ ਡਿਫਰੈਂਟ ਹੋ ਜਾਣਾ ਕਿਉਂਕਿ ਇਹ ਦੁਕਾਨਾਂ 'ਤੇ ਨਹੀਂ ਵਿਕਣਾ ਜਿੱਦਾਂ ਤੁਸੀਂ ਦੱਸਿਆ, ਲੇਕਿਨ ਇਹ ਜੇ ਇਹਦੀ ਸੇਲ ਤਾਂ ਹੁਣ ਆਪਾਂ ਅੰਕੜਾ ਵਿਭਾਗ ਆਪਾਂ ਨੂੰ ਦੱਸ ਰਿਹਾ ਕਿ ਕਾਨੂੰਨੀ ਤੌਰ 'ਤੇ ਜਿਹੜਾ ਉਹਨਾਂ ਦੇ POS ਨੇ ਪੁਆਇੰਟ ਆਫ ਸੇਲਸ ਉਹਨਾਂ ਤੋਂ ਆ ਗਈ, ਇਹਦੀ ਸੇਲਸ ਤਾਂ ਪਤਾ ਹੀ ਨਹੀਂ ਲੱਗ ਸਕਦੀ ਕਿ ਕਿੰਨੀ ਆਈ ਕਿੰਨੀ ਗਈ। ਬਿਲਕੁਲ ਨਹੀਂ ਪਤਾ ਲੱਗ ਸਕਦੀ ਬਿਕਾਜ਼ ਸਟੋਰਾਂ 'ਚ ਵਿਕਣੀ ਨਹੀਂ ਹੈਗੀ। ਤਾਂ ਉਹ ਕਹਿ ਰਹੇ ਵੀ ਅਸੀਂ ਡੀਕ੍ਰਿਮੀਨਲਾਈਜ਼ ਕਰਨ ਲੱਗੇ ਹਾਂ। ਸੋ ਜਿੱਥੋਂ ਆੜੀ ਆ ਰਹੀ ਆ ਪਹਿਲਾਂ ਤੋਂ ਇਹ ਡਰੱਗ ਉਹਨਾਂ ਤੋਂ ਨਹੀਂ ਹੋਰ ਵਧਾ ਦੇਣੀ ਆ, ਰਾਈਟ। ਪਰ ਹੁਣ ਆਪਾਂ ਮੈਰੀਜੁਆਨਾ ਦੀ ਆ ਸੇਲ ਦੀ ਤੁਸੀਂ ਗੱਲ ਕਰਾਂ ਸਟਾਰਟ ਕਰਨ ਦੀ, ਹਾਲੇ ਇਹਦੇ ਵਿੱਚ ਜਿਹੜੇ ਇਲੀਗਲੀ ਵਿਕ ਰਹੀ ਆ, ਹਾਲੇ ਵੀ ਮੈਂ ਕਹਿ ਰਿਹਾ ਲੀਗਲਾਈਜ਼ ਹੋ ਗਈ ਮੈਰੀਜੁਆਨਾ, ਹਾਲੇ ਵੀ ਮੈਰੀਜੁਆਨਾ ਦੇ ਕੇਸ ਸਾਹਮਣੇ ਆਉਂਦੇ ਕੋਰਟਾਂ 'ਚ। ਜਦੋਂ ਜ਼ਿਆਦਾ ਕੁਆਂਟਿਟੀ ਦੇ ਵਿੱਚ ਕਈਆਂ ਨੂੰ ਕਹਿੰਦੇ ਆ ਜ਼ਿਆਦਾ ਪਿਓਰ ਆ, ਜ਼ਿਆਦਾ ਵਧੀਆ ਕੁਆਲਿਟੀ ਆ ਸਟੋਰਾਂ ਨਾਲੋਂ, ਉਹ ਹਾਲੇ ਵੀ ਮੈਰੀਜੁਆਨਾ ਦੇ ਕੇਸ ਕੋਰਟਾਂ 'ਚ ਚੱਲ ਰਹੇ ਆ, ਬੰਦ ਨਹੀਂ ਹੋਏ। ਜਿਹੜਾ ਅੰਕੜਾ ਵਿਭਾਗ ਨੇ ਦੱਸਿਆ ਨਾ, ਇਹਨਾਂ ਨੇ ਸਾਰੇ ਜਿੰਨੇ ਪ੍ਰੋਵਿੰਸਿਸ ਨੇ ਉਹਨਾਂ 'ਚ ਲਗਭਗ ਘੱਟ ਹੀ ਦੱਸਿਆ ਕਿ ਸੇਲਸ ਹੋਈ ਹੈ। ਸੋ ਇਹਨੂੰ ਇੱਦਾਂ ਵੀ ਲਿਆ ਜਾ ਸਕਦਾ ਕਿ ਜੇ ਸੇਲ ਘੱਟ ਹੋਈ, ਲੋਕਾਂ ਨੇ ਪੀਣੀ ਤਾਂ ਨਹੀਂ, ਲੋਕਾਂ ਨੇ ਜਿਹੜਾ ਕੈਨਬਿਸ ਦੇ ਪ੍ਰੋਡਕਟ ਹੈ ਉਹ ਖਾਣੇ ਘੱਟ ਤਾਂ ਨਹੀਂ ਕੀਤੇ, ਜਾਂ ਤਾਂ ਸਰਕਾਰ ਇਹ ਗੱਲ ਕਰੇ। ਜੇ ਘੱਟ ਨਹੀਂ ਕੀਤੇ ਤਾਂ ਇਹਦਾ ਮਤਲਬ ਹੈ ਕਿ ਲੋਕ ਇਹਨਾਂ ਥਾਵਾਂ 'ਤੇ ਜਿਹੜੀਆਂ ਲੀਗਲ ਥਾਵਾਂ ਨੇ ਉੱਥੋਂ ਜਾ ਕੇ ਲੈਣਾ ਘੱਟ ਕਰ ਚੁੱਕੇ ਆ, ਕਿ ਦੂਜੀਆਂ ਜਿਹੜੀਆਂ ਗ੍ਰੇ ਮਾਰਕੀਟਸ ਨੇ ਉੱਥੋਂ ਸੇਲ ਜਿਹੜੀ ਉਹ ਵੱਧ ਗਈ ਹੈ। ਸੋ ਇਹਨੂੰ ਇੱਦਾਂ ਵੀ ਜਿਹੜਾ ਉਹ ਸਮਝਿਆ ਜਾ ਸਕਦਾ। ਖੈਰ ਇਹ ਇੱਕ ਬਹਿਸ ਦਾ ਵਿਸ਼ਾ ਜ਼ਰੂਰ ਅੱਗੇ ਚੱਲ ਕੇ ਬਣ ਸਕਦਾ। ਮੇਰੇ ਨਾਲ ਕੁਝ ਕਾਲਰ ਜਿਹੜੇ ਜੁੜੇ ਨੇ, ਪਹਿਲੇ ਕਾਲਰ ਨੇ ਸਾਡੇ ਨਾਲ ਪੌਲ ਸਾਹਿਬ, ਉਹਨਾਂ ਦੀ ਗੱਲ ਸੁਣਦੇ ਹਾਂ। ਪੌਲ ਜੀ ਸਵਾਗਤ ਹੈ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਰਾ ਜੀ। ਹਾਂਜੀ ਭਾਅ ਜੀ, ਮੈਂ ਕਹਿੰਦਾ ਹਾਂਜੀ ਇਹ ਲੀਗਲਾਈਜ਼ ਕਰਨੀ ਚਾਹੀਦੀਆਂ ਡਰੱਗਸ, ਜਿਹੜੀਆਂ ਆਪਣੀਆਂ ਜਿੱਦਾਂ ਉਹਨਾਂ ਦਾ ਸੋਸ਼ਲ ਸਿਸਟਮ ਹੈਗਾ, ਰਾਈਟ, ਬ੍ਰੇਕਅਪ ਹੋ ਰਿਹਾ ਵੀ ਸਿਸਟਮੈਟਿਕਲੀ ਉਹਦੇ ਸਟ੍ਰੈਸ ਡਰੱਗ ਬਦਲਣੀਆਂ, ਰਾਈਟ। ਪਰ ਇਹਨਾਂ ਨੂੰ ਦੇਖਣਾ ਚਾਹੀਦਾ ਕਿਉਂ ਇਹ ਸਾਡੇ ਜਿਹੜੀਆਂ ਹੁਣ ਜਿਵੇਂ ਫਾਰ ਐਗਜ਼ਾਮਪਲ ਆਪਾਂ ਅਫਗਾਨਿਸਤਾਨ ਲਾ ਲਈਏ, ਰਾਈਟ, ਉੱਥੇ ਪ੍ਰੋਡਕਸ਼ਨ ਹੁੰਦੀ ਹੈ ਪਰ ਕੰਜ਼ੰਪਸ਼ਨ ਨਹੀਂ ਹੈਗੀ, ਰਾਈਟ, ਕਿਉਂਕਿ ਉਹਨਾਂ ਦਾ ਫੈਮਿਲੀ ਸੋਸ਼ਲ ਸਟਰਕਚਰ ਸਟਰੋਂਗ ਹੈਗਾ, ਰਾਈਟ। ਜਿਹੜੀਆਂ ਐਂਡ ਆਫ ਡਰੱਗ ਹੁੰਦੀਆਂ ਵੈਸਟ ਦੇ ਵਿੱਚ ਹੁੰਦੀਆਂ ਆ ਕੇ ਸਾਰਾ ਕੁਛ, ਵੀ ਇਹਨੂੰ ਦੇਖਣਾ ਚਾਹੀਦਾ ਕਿਉਂ ਹੋ ਰਹੀਆਂ, ਨਾ ਕਿ ਤੁਸੀਂ ਉਹਨੂੰ ਵੀ ਕ੍ਰਿਮੀਨਲਾਈਜ਼ ਕਰੋ, ਇਹਨੂੰ ਸਗੋਂ ਓਪਨ ਕਰਨੀਆਂ ਚਾਹੀਦੀਆਂ। ਉੱਥੇ ਹੁਣ ਅਫਗਾਨਿਸਤਾਨ 'ਚ ਓਪਨ ਹੈਗਾ, ਰਾਈਟ, ਦੇ ਪ੍ਰੋਡਿਊਸ ਦੇ ਹੈਵ ਇਟ ਬਟ ਦੇ ਡੋਂਟ ਕੰਜ਼ਿਊਮ ਇਟ। ਹਾਂਜੀ, ਓਕੇ ਭਾਈ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਇਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਹੋਣੀਆਂ ਚਾਹੀਦੀਆਂ ਹੈ ਓਪਨ, ਕਿਉਂਕਿ ਇਹ ਵੱਖੋ ਵੱਖਰੇ ਵਿਚਾਰ ਇਹਦੇ 'ਤੇ ਡੈਫੀਨੇਟਲੀ ਆਪਾਂ ਨੂੰ ਆਉਣਗੇ। ਪਰਮ ਸਿੰਘ ਜੀ ਇੱਕ ਵਾਰ ਫਿਰ ਜੁੜੇ ਨੇ, ਉਹਨਾਂ ਦੀ ਵੀ ਗੱਲ ਸੁਣ ਲਈਏ। ਪਰਮ ਸਿੰਘ ਜੀ ਸਵਾਗਤ ਹੈ। ਪਰਮ ਸਿੰਘ, ਸਤਿ ਸ਼੍ਰੀ ਅਕਾਲ ਸੁਨੀਲ ਜੀ। ਸਤਿ ਸ਼੍ਰੀ ਅਕਾਲ ਜੀ। ਸੁਨੀਲ ਜੀ, ਮੈਂ ਕਹਿੰਦਾ ਇਹ ਬੜਾ ਕ੍ਰਿਟੀਕਲ ਮੁੱਦਾ, ਬਿਨਾਂ ਇਨ ਡੈਪਥ ਡੇਟੇ ਤੋਂ ਕਿਸੇ ਨੂੰ ਬੋਲਣਾ ਨਹੀਂ ਚਾਹੀਦਾ। ਧੱਕੇ ਨਾਲ ਤੁਸੀਂ ਨਹੀਂ ਰੋਕ ਸਕਦੇ। ਮੈਂ ਸਾਊਦੀ ਅਰੇਬੀਆ ਦੀ ਡਾਕੂਮੈਂਟਰੀ ਦੇਖਦਾ ਸੀ ਜੀ, ਜਿਹੜੇ ਉੱਥੇ ਡਰੱਗ ਸਮਗਲ ਕਰਦੇ ਆ ਹੀ ਓਪੀਓਇਡਸ, ਫੈਂਟਨੋ, ਉਹ ਡੈਥ ਸੈਂਟੈਂਸ ਆ ਉੱਥੇ। $billion ਦੇ ਡਰੱਗ ਸਮਗਲ ਹੋ ਰਹੇ ਨੇ। ਲੀਗਲਾਈਜ਼ਿੰਗ ਤੋਂ ਬਿਨਾਂ ਆਪਣੇ ਕੋਲੇ ਕੋਈ ਆਪਸ਼ਨ ਨਹੀਂ, ਆਪਾਂ ਮੰਗਦੇ ਨਹੀਂ, ਕੋਈ ਵੀ ਲੀਗਲ ਸਿਸਟਮ ਜਾਂ ਕਮਿਊਨਿਟੀ ਮੰਗਦੀ ਨਹੀਂ ਵੀ ਡਰੱਗਸ ਲੀਗਲ ਹੋਣ, ਪਰ ਸਾਡੇ ਕੋਲ ਚੋਇਸ ਕੋਈ ਹੋ ਨਹੀਂ। ਸਭ ਤੋਂ ਇਹ ਹੈਲਥ ਇਸ਼ੂ ਨੂੰ ਲੈ ਕੇ ਤੁਸੀਂ ਦੇਖ ਲਓ, ਡੇਟਾ ਇਕੱਠਾ ਕਰ ਲਓ। US ਡਿਕਲੇਅਰਡ ਅ ਵਾਰ ਔਨ ਡਰੱਗਸ 30 years ago। US ਦੇ ਮਤਲਬ 2 ਮਿੰਟਾਂ ਬਾਅਦ ਓਪੀਓਇਡ ਨਾਲ ਡੈਥ ਹੋ ਰਹੀ ਹੈ। ਧੱਕੇ ਨਾਲ ਤੁਸੀਂ ਨਹੀਂ ਰੋਕ ਸਕਦੇ। ਆਪਣੀ ਕਮਿਊਨਿਟੀ 'ਚ ਓਪੀਐਮ ਦੀ ਬਹੁਤ ਅਡਿਕਸ਼ਨ ਆ। ਆਪਾਂ ਨੂੰ ਓਪੀਐਮ ਲੀਗਲਾਈਜ਼ ਕਰਕੇ ਇਹਨੂੰ ਟ੍ਰੀਟਡ ਲਾਈਕ ਅ ਹੈਲਥ ਇਸ਼ੂ, ਇਹਨਾਂ ਨੂੰ ਐਜੂਕੇਟ ਕਰੋ ਵੀ ਇਹ ਠੀਕ ਨਹੀਂ ਹੈ, ਵੀ ਹੈਵ ਅਲਟਰਨੇਟਿਵ। ਪਰ ਜੇ ਉਹਦੇ ਤੇ ਗੱਲ ਹੀ ਨਾ ਕੀਤੀ, ਡੀਕ੍ਰਿਮੀਨਲਾਈਜ਼ ਕੀਤਾ, ਡਰੱਗਸ ਧੱਕੇ ਨਾਲ ਕ੍ਰਿਮੀਨਲ ਐਲੀਮੈਂਟਸ ਇੰਨੇ ਸਟਰੋਂਗ ਨੇ, ਸਾਡੇ ਬੱਚਿਆਂ ਨੂੰ ਬਹੁਤ ਅਰਲੀ ਏਜ ਤੇ ਉਹ ਲਾਉਂਦੇ ਆ, ਤਾਂ ਕਿ ਇਹ ਬੜਾ ਕ੍ਰਿਟੀਕਲ ਆ। ਪਲੀਜ਼ ਡੇਟਾ ਲਾਓ, ਧੱਕੇ ਨਾਲ ਨਹੀਂ ਰੁਕਣੀ ਇਹ, ਜਿੰਨਾ ਮਰਜ਼ੀ ਜੋ ਲਾ। ਥੈਂਕ ਯੂ ਸੋ ਮਚ ਜੀ। ਦੇਖੋ ਆ ਵੀ ਇੱਕ ਜਿਹੜੀ ਥਾਟ ਹੈ ਕਿ ਇਸ ਧੱਕੇ ਨਾਲ ਨਹੀਂ ਰੁਕਣੀ, ਔਰ ਇਸੇ ਕਰਕੇ ਸ਼ਾਇਦ ਸਰਕਾਰ ਨੂੰ ਵੀ ਇਹ ਪਤਾ ਲੱਗ ਗਿਆ ਕਿ ਧੱਕੇ ਨਾਲ ਰੁਕ ਨਹੀਂ ਰਹੀ। ਸੋ ਡੂ ਯੂ ਥਿੰਕ ਕਿ ਆਪਣੇ ਕੋਲ ਕੋਈ ਆਪਸ਼ਨ ਨਹੀਂ ਰਹੀ, ਇਹ ਵੀ ਮੰਨਿਆ ਜਾ ਸਕਦਾ? ਇਹਦੇ ਵਿੱਚ ਮਿਸਟਰ ਕੌਸ਼ਲ ਵੀ ਆਪਸ਼ਨ ਇੱਦਾਂ ਵੀ ਚਲੋ ਜਿਹੜਾ ਵੀ ਨਹੀਂ ਸਟੈਪ ਚੁੱਕਿਆ ਆ, ਸ਼ਾਇਦ ਇਹਦਾ ਫਾਇਦਾ ਵੀ ਹੋ ਜਾਵੇ, ਨੁਕਸਾਨ ਵੀ ਹੋ ਸਕਦਾ ਆ। ਪਰ ਜਿੰਨਾ ਚਿਰ ਆਪਾਂ ਕਿਸੇ ਚੀਜ਼ ਦਾ ਐਕਸਪੈਰੀਮੈਂਟ ਨਹੀਂ ਕਰਦੇ, ਹੈ ਨਾ, ਹੌਲੀ ਹੌਲੀ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕੀ ਉਹਦਾ ਕੰਕਲੂਜਨ ਹੋਣਾ ਆ। ਹੁਣ ਉਹਨਾਂ ਨੇ ਆਹ ਇੰਟਰੋਡਿਊਸ ਕਰਤਾ ਹੈ 2 ਦਿਨਾਂ ਨੂੰ, ਉਹਨਾਂ ਨੇ ਡੀਕ੍ਰਿਮੀਨਲਾਈਜ਼ ਕਰ ਦੇਣਾ ਆ। ਹੁਣ ਇਹਦਾ ਇਫੈਕਟ ਕੀ ਆ? ਆਈ ਥਿੰਕ ਇਟਸ ਟੂ ਅਰਲੀ ਟੂ ਟਾਕ ਅਬਾਊਟ ਦੈਟ। ਆਪਸ਼ਨ ਸ਼ਾਇਦ ਵਧੀਆ ਵੀ ਲੋਕੀ ਕਹਿਣਗੇ ਵੀ ਨੋ ਬਹੁਤ ਵਧੀਆ, ਚਲੋ ਕਈ ਲੋਕ ਆਦੀ ਸੀਗੇ ਉਹ ਮੰਨ ਗਏ, ਅਸੀਂ ਆਦੀ ਆ
ਕਈ ਵਾਰੀ ਅਰੈਸਟ ਕਰਨ ਦੀ ਲੋੜ ਹੀ ਨਹੀਂ ਪੈਂਦੀ ਵੀ ਜੇਲ੍ਹਾਂ ਭੇਜਣ ਦੀ, ਜੇ ਬੰਦਾ ਖੁਦ ਰੀਹੈਬਿਲਿਟੇਸ਼ਨ ਹੀ ਆਪਣੀ ਕਰ ਲਵੇ, ਹੈ ਨਾ। ਸੋ ਲਾਈਕ ਆਪਣੇ ਕਾਲਰ ਨੇ ਵਧੀਆ ਗੱਲ ਕਹੀ, ਜਿੰਨਾ ਚਿਰ ਸਟਾਰਟ ਨਹੀਂ ਸਾਹਮਣੇ ਆਉਂਦੇ ਵੀ ਕੈਨਟ ਰੀਲੀ ਕਮੈਂਟ ਔਨ ਦੈਟ। ਅੱਛਾ, ਪਰ ਦੂਸਰੇ ਪਾਸੇ ਜਾਂਦੇ ਜਾਂਦੇ ਸਾਨੂੰ ਤੁਸੀਂ ਇਹ ਦੱਸੋ ਕਿ ਕਈ ਲੋਕ ਇਹ ਵੀ ਹੋ ਸਕਦਾ ਕਿ ਇਹ ਸੋਚਣ ਕਿ ਹੁਣ ਤਾਂ ਭਾਈ ਇਹ ਮਾਰਕੀਟ ਜਿਹੜੀ ਖੁੱਲ੍ਹ ਜਾਣੀ ਹੈ, ਕਿ ਕੋਈ ਨਹੀਂ, ਜਾ ਕੇ ਜੇ ਅਸੀਂ ਵੀ ਡਿਲੀਵਰ ਕਰਨੀ ਸ਼ੁਰੂ ਕਰ ਦਈਏ, ਔਰ ਜੇਕਰ ਕਿਸੇ ਕੋਲ 2.5 ਗ੍ਰਾਮ ਤੋਂ ਜ਼ਿਆਦਾ ਫੜੀ ਜਾਂਦੀ ਹੈ ਜਾਂ ਜਿਵੇਂ ਕ੍ਰਾਸ ਬਾਰਡਰ ਕੋਈ ਇੰਪੋਰਟੇਸ਼ਨ ਦੀ ਗੱਲ ਹੁੰਦੀ ਹੈ, ਉਹਨਾਂ ਮਾਮਲਿਆਂ ਦੇ ਵਿੱਚ ਲੀਗਲ ਐਡਵਾਈਸ ਤੁਹਾਡੀ ਕੀ ਹੈ? ਮੈਂ ਇਹ ਗੱਲ ਬਹੁਤ ਕਲੀਅਰਲੀ ਕਹਿਣਾ ਚਾਹੁੰਦਾ ਮਿਸਟਰ ਕੌਸ਼ਲ, ਇਹ ਕ੍ਰਾਸ ਬਾਰਡਰ ਕੰਟਰੀ ਟੂ ਕੰਟਰੀ ਲਿਜਾਣੀ ਇੰਪੋਰਟੇਸ਼ਨ ਐਕਸਪੋਰਟ ਜਿਹਨੂੰ ਆਪਾਂ ਕਹਿੰਦੇ ਉਹ ਵੱਖਰੀ ਗੱਲ ਆ, ਉਹ ਇਹ ਦੂਰ ਦੀ ਗੱਲ ਆ। ਜਿਹੜਾ ਇਹ ਡੀਕ੍ਰਿਮੀਨਲਾਈਜੇਸ਼ਨ ਦਾ ਪਾਇਲਟ ਪ੍ਰੋਜੈਕਟ ਇੰਟਰੋਡਿਊਸ ਕਰ ਰਹੇ ਆ, ਉਹ ਸਿਰਫ BC ਦੇ ਲਾਗੂ ਆ। ਹੁਣ ਜੇ ਤੁਸੀਂ ਰੋਡ ਟ੍ਰਿਪ 'ਤੇ ਜਾ ਰਹੇ ਆ ਅਲਬਰਟਾ ਨੂੰ ਜਾਂ ਕਿਤੇ ਨੂੰ, ਨਾਲ ਦੇ ਸਟੇਟ ਨੂੰ, ਪ੍ਰੋਵਿੰਸ ਨੂੰ, ਤਾਂ ਤੁਹਾਡੇ ਤੋਂ ਫੜੀ ਜਾਂਦੀ ਆ, ਉੱਥੇ ਡਰੱਗ ਲਾ ਉਹੀ ਅਪਲਾਈ ਕਰਨੇ ਜਿਹੜੇ ਹੈਗੇ ਆ, ਭਾਵੇਂ 2 ਗ੍ਰਾਮ ਹੋਵੇ, 1.5 ਹੋਣ, 2.5 ਹੋਣ, ਤੁਹਾਡੇ 'ਤੇ ਕ੍ਰਿਮੀਨਲ ਚਾਰਜ ਲੱਗਣੇ ਆ। ਸੋ ਸਰ BC ਦੇ ਦਾਇਰੇ 'ਚ ਰਹਿ ਕੇ ਇਹ ਕਾਨੂੰਨ ਆਪਣੇ ਹੋਣੇ ਆਪਣੇ ਡੀਕ੍ਰਿਮੀਨਲਾਈਜੇਸ਼ਨ। ਇਹ ਨਾ ਸੋਚਿਓ ਵੀ ਹਾਂ ਰੋਡ ਟ੍ਰਿਪ 'ਤੇ ਜਾ ਰਹੇ ਆ, ਨਾਲ ਦੀ ਆਪਾਂ ਚੱਲ ਰਹੇ ਪ੍ਰੋਵਿੰਸ, ਉੱਥੇ ਜੇ ਫੜੇ ਜਾਂਦੇ ਆ ਤਾਂ ਇੱਦਾਂ ਨਹੀਂ ਤੁਸੀਂ ਡਿਫੈਂਸ ਯੂਜ਼ ਸਕਦੇ ਸਾਡੀ BC 'ਚ ਡੀਕ੍ਰਿਮੀਨਲਾਈਜ਼ ਨਹੀਂ ਕਹਿਣਾ, ਬਸ ਸਾਡੇ ਨਹੀਂ ਹੈਗੀ। ਸੋ ਇਹ ਬਹੁਤ ਸੋਚਣ ਸਮਝਣ ਵਾਲੀ ਗੱਲ ਹੈ, ਭੁੱਲ ਭੁਲੇਖੇ ਨਾ ਕੋਈ ਇੱਦਾਂ ਦਾ ਕੰਮ ਹੋ ਜਾਵੇ। ਇਹ ਨਾ ਹੋਵੇ ਕਿ ਆਪਾਂ ਪ੍ਰੋਵਿੰਸ਼ੀਅਲ ਇੰਟਰਸਟੇਟ ਜਿਹੜੇ ਪ੍ਰੋਵਿੰਸ਼ੀਅਲ ਬਾਰਡਰਸ ਨੇ ਇਹ ਵੀ ਪਾਰ ਕਰਨ ਲੱਗੇ 10 ਵਾਰੀ, ਜਿਹੜਾ ਉਹ ਸੋਚਣਾ ਪੈਣਾ। ਔਰ ਇਹਦੇ 'ਚ ਕੀ ਕਿਸੇ ਕਿਸਮ ਦੀ ਕੋਈ ਐਸੀ ਜਾਣਕਾਰੀ ਵੀ ਆ ਰਹੀ ਹੈ ਕਿ ਕਿਉਂਕਿ ਅਜੇ ਯੈਸ ਯੂ ਆਰ ਰਾਈਟ ਕਿ ਜਦ ਤੱਕ ਅੰਕੜੇ ਆਪਣੇ ਕੋਲ ਆਉਂਦੇ ਹੀ ਨਹੀਂ ਕਿ ਕਿੰਨੀ ਵੱਧ ਰਹੀ ਹੈ ਜਾਂ ਕਿੰਨੀ ਘਟ ਰਹੀ ਹੈ, ਪਰ ਸਰਕਾਰ ਨੇ ਜੇ ਕੋਸ਼ਿਸ਼ ਕੀਤੀ ਹੈ, ਔਰ ਡੈਫੀਨੇਟਲੀ ਇਹ ਵੀ ਦੇਖਣਾ ਹੋਏਗਾ ਕਿ ਇਹਦੇ 'ਚ ਅੱਗੇ ਚੱਲ ਕੇ ਕਿੰਨੇ ਕੁ ਲੋਕ ਆ ਜਿਹੜੇ ਇਹ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰਦੇ ਆ। ਔਰ ਖਾਸ ਤੌਰ ਦੇ ਉੱਤੇ ਮੇਰੇ ਖਿਆਲ ਨਾਲ ਸਰਕਾਰ ਦਾ ਜਿਹੜਾ ਇੱਕ ਸਭ ਤੋਂ ਵੱਡਾ ਉਪਰਾਲਾ ਇਹੀ ਹੈ ਕਿ ਜਿਹੜਾ ਡਰੱਗ ਓਵਰਡੋਜ਼ ਕਰਕੇ ਹੋਣ ਵਾਲੀਆਂ ਮੌਤਾਂ ਕਿਸੇ ਤਰੀਕੇ ਨਾਲ ਉਹ ਰੋਕੀਆਂ ਜਾਣ। ਇਹਨੂੰ ਸਮ ਅਪ ਅਸੀਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ? ਜੇਕਰ ਅਸੀਂ ਇਹਨੂੰ ਸਮ ਅਪ ਕਰਨਾ ਹੋਵੇ ਅੱਜ ਦੀ ਗੱਲਬਾਤ ਨੂੰ, ਡੈਫੀਨੇਟਲੀ ਇਟਸ ਟੂ ਅਰਲੀ ਟੂ ਡਿਸਕਸ ਅਬਾਊਟ ਦ ਇਫੈਕਟਸ ਜੇ ਆਪਾਂ ਦੇਖਣੇ ਹੋਣ, ਪਰ ਲੀਗਲਾਈਜੇਸ਼ਨ ਨੂੰ ਆਪਾਂ ਕਿਸ ਤਰੀਕੇ ਨਾਲ ਦੇਖੀਏ ਜੇ ਜਾਂਦੇ ਜਾਂਦੇ ਆਪਾਂ 2 ਸ਼ਬਦ ਕਹਿਣੇ ਹੋਣ? ਇੱਕ ਚਲੋ ਲੋਕੀ ਖਿਲਾਫ ਵੀ ਕਾਫੀ ਹੈਗੇ ਆ, ਪਰ ਇਹਦਾ ਇੱਕ ਪੋਜ਼ੀਟਿਵ ਤਰੀਕਾ ਦੇਖ ਸਕਦੇ ਜਿਹੜੇ ਰਿਪੀਟ ਅਫੈਂਡਰ ਹੈ ਨਾ ਆਪਣੇ ਕੋਰਟਾਂ ਦੇ ਵਿੱਚ, ਜਿਵੇਂ ਲੀਗਲ ਤੌਰ 'ਤੇ ਦੱਸਾਂ ਜੋ ਆਉਂਦੇ ਆ, ਬਾਰ-ਬਾਰ ਚੋਰੀ ਦਾ ਕੇਸ ਹੋਇਆ, ਬ੍ਰੇਕ ਐਂਡ ਐਂਟਰ ਹੋ ਗਿਆ, ਨਸ਼ੇ ਦੀ ਹਾਲਤ ਵਿੱਚ ਕਿਸੇ ਨੇ ਕੋਈ ਕ੍ਰਾਈਮ ਕਮਿਟ ਕਰ ਲਿਆ, ਉਹ ਰਿਪੀਟ ਅਫੈਂਡਰਸ ਨੂੰ ਬਾਰ-ਬਾਰ ਕੋਰਟਸ ਵੀ ਹੁਣ ਕਹਿ ਰਹੇ ਆ, ਗਵਰਨਮੈਂਟ ਕਹਿ ਰਹੀ ਕਿ ਵੀ ਇਹਨਾਂ ਨੂੰ ਜੇਲ੍ਹਾਂ 'ਚ ਭੇਜਣ ਨਾਲੋਂ ਹਸਪਤਾਲਾਂ 'ਚ ਭੇਜੋ, ਰੀਹੈਬ ਫੈਸਿਲਿਟੀਜ਼ ਭੇਜੋ, ਸ਼ਾਇਦ ਕੋਈ ਮਨ ਮੇਰੇ ਇਹਨਾਂ ਦੇ ਪੈ ਜਾਵੇ ਵੀ ਇਹਨਾਂ ਦੀ ਹੈਲਪ ਕਰਨ ਨੂੰ ਕੋਈ ਹੈਗਾ ਆ। ਕਿ ਡਿਨਾਇਲ ਬਹੁਤ ਵੱਡੀ ਚੀਜ਼ ਹੁੰਦੀ, ਮੈਨੂੰ ਤਾਂ ਕੋਈ ਪ੍ਰੋਬਲਮ ਹੈ ਨਹੀਂ, ਐਡਿਕਸ਼ਨ ਹੈ ਨਹੀਂ। ਸੋ ਇਹਦਾ ਆਪਾਂ ਇੱਕ ਪੋਜ਼ੀਟਿਵ ਇਹ ਦੇਖ ਸਕਦੇ ਹਾਂ ਵੀ ਜਿਹੜੇ ਰਿਸੋਰਸ ਸ਼ਾਇਦ ਹੁਣ ਗਵਰਨਮੈਂਟ ਦੇਊਗੀ। ਅੱਗੇ ਤਾਂ ਮੈਂ ਕਿਹਾ ਸੀ ਵੀ ਜਦੋਂ ਫੜ ਹੁੰਦੀ ਸੀ ਡਰੱਗ, ਭਾਵੇਂ ਥੋੜੀ ਰਾਈਟ ਅਵੇ ਅਰੈਸਟਡ, ਕ੍ਰਿਮੀਨਲ ਚਾਰਜ, ਜਾਓ ਅੰਦਰ। ਇਹਦੇ ਵਿੱਚ ਵੀ ਪੁਲਿਸ ਨੂੰ ਵੀ ਕਾਫੀ ਰੋਬਸਟ ਕਹਿੰਦੇ ਪਲਾਨ ਟ੍ਰੇਨਿੰਗ ਦਿੱਤੀ ਹੈ। ਬਿਲਕੁਲ, ਪੁਲਿਸ ਨੂੰ ਹੁਣ ਟ੍ਰੇਨਿੰਗ ਇੱਦਾਂ ਦਿੱਤੀ, ਜੇ ਹੁਣ ਇੱਦਾਂ ਦੀ ਸਿਚੁਏਸ਼ਨ ਹੁੰਦੀ ਆ, ਰਾਦਰ ਦੈਨ ਅਰੈਸਟਿੰਗ ਦ ਪਰਸਨ, ਉਹਨਾਂ ਨੂੰ ਰਿਸੋਰਸ ਆਫਰ ਕਰੋ, ਹੈਲਪ ਕਰੋ ਵੀ ਆਹ ਸਾਡੇ ਕੋਲ ਸੋਰਸ ਹੈਗੇ ਆ, ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ। ਤਾਂ ਹੁਣ ਹੈਲਪ ਕਿਸੇ ਨੇ ਲੈਣੀ ਨਹੀਂ ਲੈਣੀ ਵੀ ਬਹੁਤ ਵੱਡੀ ਗੱਲ ਆ, ਵੀ ਕੋਈ ਮੰਨੂਗਾ ਮੈਨੂੰ ਪ੍ਰੋਬਲਮ ਹੈਗੀ ਆ, ਜਾਂ ਕੋਈ ਆਪਣੇ ਆਪ ਨੂੰ ਟ੍ਰੀਟਮੈਂਟ ਕਰਵਾਊਗਾ ਆਪਣੀ, ਸ਼ਾਇਦ, ਬੜੇ ਨਹੀਂ ਕਹਿੰਦਾ, ਕਈ ਕਰਵਾ ਵੀ ਲਓਗੇ। ਔਰ ਅਸੀਂ ਚਾਹੁੰਦੇ ਹਾਂ ਕਿ ਸਟਿਗਮਾ ਜਿਹੜਾ ਟੁੱਟਣਾ ਚਾਹੀਦਾ। ਡੈਫੀਨੇਟਲੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਐਡਵੋਕੇਟ ਨਾਹਲ ਸਾਹਿਬ, ਤੁਸੀਂ ਗੱਲਬਾਤ ਕੀਤੀ, ਜਾਣਕਾਰੀ ਦਿੱਤੀ। ਤੁਹਾਡੇ ਕੋਲ ਕਿਸੇ ਨੇ ਵੈਸੇ ਕੋਈ ਰਾਏ ਲੈਣੀ ਹੋਵੇ ਇਸ ਮੁਤਲਕ ਤਾਂ ਕਿੱਥੇ ਤੁਹਾਡੇ ਨਾਲ ਸੰਪਰਕ ਹੋ ਸਕਦਾ? ਸੋ ਮੇਰੇ ਆਫਿਸ ਤੁਸੀਂ ਫੋਨ ਕਰ ਸਕਦੇ ਹਾਂ 604-527-4769, 604-527-4769 ਤੇ। ਆਲ ਰਾਈਟ, ਥੈਂਕ ਯੂ ਸੋ ਮਚ ਵਾਂਸ ਅਗੇਨ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਮਿਸਟਰ ਕੌਸ਼ਲ।